ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ, ਜੋ ਸ਼ਾਮ ਦੇ ਸਮੇਂ ਦੀਆਂ ਸਾਸੰਗ ਘੜੀਆਂ ਪ੍ਰਾਪਤ ਹੋਈਆਂ ਹਨ। ਆਓ ਸਤਿਗੁਰੂ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਇਤਿਹਾਸ, ਜੋ ਕਿ ਬਹੁਤ ਹੀ ਸਤਿਕਾਰਯੋਗ ਮਹਾਨ ਵਿਦਵਾਨ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਤ੍ਰੇਹਣ ਬੰਸ ਉਹਨਾਂ ਦੁਆਰਾ ਲਿਖਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ, ਲੜੀ ਤਹਿਤ 6ਵੇਂ ਮਹੱਲੇ ਦੀ ਕਥਾ ਆਪ ਜੀ ਨੇ ਕੱਲ੍ਹ ਇਹ ਪ੍ਰਸੰਗ ਸਰਵਣ ਕੀਤਾ ਹੈ ਕਿ ਜੋ ਭਾਈ ਸਾਈਂ ਦਾਸ ਜੀ ਅਤੇ ਬੀਬੀ ਰਾਮੋ ਜੀ, ਜੋ ਕਿ ਭਾਈ ਸਾਈਂ ਦਾਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਧੂ ਹਨ, ਪੰਜਵੇਂ ਪਾਤਸ਼ਾਹ ਮਹਾਰਾਜ ਤੋਂ ਸਿੱਖੀ ਧਾਰਨ ਕਰਨ ਵਾਲੇ ਗੁਰੂ ਮਹਾਰਾਜ ਤੇ ਬਹੁਤ ਸ਼ਰਧਾ ਰੱਖਦੇ ਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਰਮੇਸ਼ਰ ਸਰੂਪ ਜਾਣਦੇ ਆ। ਇਹਨਾਂ ਨਵਾਂ ਮਕਾਨ ਬਣਾਇਆ ਭਾਈ ਕੀ ਡਰੋਲੀ ਨਗਰ ਦੇ ਵਿੱਚ, ਤਾਂ ਮਨ ਵਿੱਚ ਭਾਵਨਾ ਹੋਈ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇਸ ਘਰ ਵਿੱਚ ਪਹਿਲਾਂ ਚਰਨ ਪਾਉਣ, ਫੇਰ ਆਪਾਂ ਇੱਥੇ ਵਾਸਾ ਕਰਾਂਗੇ। ਮਹਾਰਾਜ ਨੂੰ ਬੇਨਤੀ ਕੀਤੀ ਹੈ। ਇਧਰ ਜਾਣੀ ਜਾਣ ਸਤਿਗੁਰੂ ਜੀ ਨੇ ਜਾਣਿਆ ਹੈ ਇੱਕ ਕਾਰਜ ਹੋਰ ਕਰਨ ਵਾਲਾ ਹੈ, ਪਰਿਵਾਰ ਨੂੰ ਭਾਈ ਕੀ ਡਰੋਲੀ ਵੱਲ ਤੋਰ ਦਿੱਤਾ ਹੈ ਤੇ ਆਪ ਮਹਾਰਾਜ ਜੀ ਨਾਨਕ ਮੱਤਾ ਸਾਹਿਬ ਵੱਲ ਨੂੰ ਚੱਲੇ, ਜਿੱਥੇ ਸੰਤ ਆਲਮਸਤ ਜੀ ਉਦਾਸੀ ਸਾਧੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਥਾਨ ਤੇ ਰਹਿ ਕੇ ਸੇਵਾ ਕਰਦੇ ਸਨ ਤੇ ਜੋਗੀਆਂ ਨੇ ਇੱਕ ਤੇ ਉਹਨਾਂ ਨੂੰ ਕੁੱਟਿਆ ਮਾਰਿਆ। ਉਹ ਕਹਿੰਦੇ ਸੀ ਸਾਡੀ ਜਗ੍ਹਾ ਹੈ। ਸੰਤ ਆਲਮਸਤ ਕਹਿਣੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਥਾਨ ਹੈ। ਆਹ ਨਿਸ਼ਾਨੀ ਹੈ ਪਿੱਪਲ ਜਿੱਥੇ ਉਹ ਬੈਠੇ ਸਨ। ਵੇਖੋ ਜੋਗੀਓ, ਤੁਸੀਂ ਤੇ ਨਿਸ਼ਾਨੀ ਉਸ ਸਮੇਂ ਪੁੱਟਣੀ ਚਾਹੀ। ਇਸ ਕਰਕੇ ਜਦੋਂ ਇਸ ਜੋ ਪਿੱਪਲ ਦਾ ਦਰਖਤਾਂ ਨੂੰ ਧਰਤੀ ਤੋਂ ਖੇੜਿਆ, ਉਹ ਜੜਾਂ ਜੀਆਂ ਉੱਪਰ ਨੂੰ ਉੱਠੀਆਂ
ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣਾ ਪਵਿੱਤਰ ਪੰਜਾ ਇਸ ਵੱਲ ਕਰਕੇ ਇਸ਼ਾਰਾ ਕਰਤਾ, ਰੁਕ ਜਾ। ਫਿਰ ਉਵੇਂ ਧਰਤੀ ਤੋਂ ਉੱਪਰ ਹੀ ਰੁਕਿਆ ਰਿਹਾ। ਤਾਂ ਕਰਕੇ ਉਹਦੇ ਪੱਤੇ ਪੱਤੇ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਪੰਜੇ ਦਾ ਨਿਸ਼ਾਨ ਸੀ। ਤਾਂ ਜੋਗੀਆਂ ਨੇ ਈਰਖਾਵਤ ਹੋ ਕਰਕੇ ਜਿੱਥੇ ਸੰਤ ਅਲਮਸਤ ਜੀ ਨੂੰ ਕੁੱਟਿਆ ਮਾਰਿਆ, ਉੱਥੇ ਲੱਕੜਾਂ ਇਕੱਠੀਆਂ ਕਰਕੇ ਪਿੱਪਲ ਦੇ ਉਦਾਲੇ ਸੁੱਟ ਕੇ ਅੱਗ ਲਾ ਦਿੱਤੀ। ਤੇ ਸੰਤ ਅਲਮਸਤ ਜੀ ਪਾਸੇ ਬੈਠ ਕੇ ਕੁਟੀਆ ਵਿੱਚ ਬੈਠੇ ਐ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ। ਮਹਾਰਾਜ ਸਿੱਖ ਸੂਰਮਿਆਂ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲਦੇ ਹੋਏ ਨਾਨਕਮਤਾ ਸਾਹਿਬ ਪਹੁੰਚੇ ਐ। ਜਦੋਂ ਜੋਗੀਆਂ ਨੂੰ ਪਤਾ ਲੱਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਆਏ, ਸਨੰਦਬੱਧ ਹੋਏ ਗੁਰਸਿੱਖ ਸ਼ਸਤਰਧਾਰੀ ਨੇ, ਜਿੰਨੇ ਜੋਗੀ ਸੀ ਸਭ ਭੱਜ ਦੌੜ ਗਏ। ਕੁਝ ਕੁ ਹੱਥ ਆਏ, ਮਹਾਰਾਜ ਨੇ ਸਜ਼ਾ ਦਿੱਤੀ ਕਿ ਮੁੜ ਕੇ ਇੱਥੇ ਜੇ ਆ ਕੇ ਬੇਅਦਬੀ ਕੀਤੀ ਜਾਣਦੇ ਰਹੇ। ਸੰਤ ਅਲਮਸਤ ਜੀ ਤੇ ਕਿਰਪਾ ਕੀਤੀ। ਫਿਰ ਮਹਾਰਾਜ ਨੂੰ ਉਹਨੇ ਬੇਨਤੀ ਕੀਤੀ, ਮਹਾਰਾਜਾ ਨਿਸ਼ਾਨੀ ਗੁਰੂ ਮਹਾਰਾਜ ਦੀ ਉਹਨਾਂ ਇਉਂ ਅੱਗ ਲਾ ਦਿੱਤੀ ਪਿੱਪਲ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੇਸਰ ਮੰਗਾ ਕੇ ਜਲ ਵਿੱਚ ਘੋਲਿਆ ਔਰ ਆਪ ਸਤਿਗੁਰਾਂ ਨੇ ਸਤਿਨਾਮ ਵਾਹਿਗੁਰੂ ਦਾ ਵਾਜਾ ਦਿੰਦਿਆਂ ਉਸ ਪਿੱਪਲ ਤੇ ਛੱਟਾ ਮਾਰਿਆ। ਪਿੱਪਲ ਹਰਾ ਭਰਾ ਹੋਣਾ ਸ਼ੁਰੂ ਹੋ ਗਿਆ। ਕਹਿੰਦਾ ਮਹਾਰਾਜ ਜੀ ਵੀ ਇਹ ਤੇ ਨਿਸ਼ਾਨੀ ਸੀ ਪੱਤਿਆਂ ਤੇ ਮਹਾਰਾਜ ਦੇ ਪੰਜੇ ਦੀ। ਸਤਿਗੁਰੂ ਕਹਿੰਦੇ ਉਸੇ ਤਰ੍ਹਾਂ ਹੋਊ। ਰਾਤਰੀ ਨੂੰ ਇਹ ਪਿੱਪਲ ਉਤਨਾ ਹੀ ਵਾਜੂ ਜਿੰਨਾ ਪਹਿਲਾਂ ਸੀ। ਤੇ ਨਾਲ ਹੀ ਮਹਾਰਾਜ ਕਹਿਣ ਲੱਗੇ, ਆ ਜਿਹੜੇ ਛੱਟੇ ਮਾਰੇ ਨੇ ਇਹਨਾਂ ਦੇ ਵੀ ਨਿਸ਼ਾਨ ਪੱਤਿਆਂ ਤੇ ਹੋਣਗੇ। ਫਿਰ ਮਹਾਰਾਜ ਨੇ ਸਿੱਖ ਸੰਗਤਾਂ ਆਈਆਂ, ਆਲੇ ਦੁਆਲੇ ਦੇ ਗੁਰਸਿੱਖਾਂ ਮਾਈ ਭਾਈ ਨੂੰ ਕਿਹਾ, ਭਾਈ ਇੱਥੇ ਅਸਥਾਨ ਤੇ ਦਰਸ਼ਨ ਕਰਿਆ ਕਰੋ ਔਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਗੁਰਪੁਰਬ ਕਾਤਕ ਸੁਦੀ ਪੂਰਨਮਾਸ਼ੀ ਦਾ ਇੱਥੇ ਵੱਡੇ ਜੋੜ ਮੇਲੇ ਦੇ ਰੂਪ ਵਿੱਚ ਮਨਾਇਆ ਕਰੋ। ਸਤਿਗੁਰੂ ਦੀ ਮਿਹਰ ਹੋਵੇਗੀ। ਸੰਤ ਅਲਮਸਤ ਜੀ ਨੂੰ ਉੱਥੇ ਦਾ ਮਹੰਤ ਥਾਪਿਆ। ਆਪ ਫਿਰ ਮਹਾਰਾਜ ਉੱਥੋਂ ਚੱਲ ਕੇ ਭਾਈ ਕੀ ਡਰੋਲੀ ਪਹੁੰਚੇ ਐ। ਭਾਈ ਸਾਈਂ ਦਾਸ ਅਤੇ ਬੀਬੀ ਰਾਮੋ ਨੇ ਬਹੁਤ ਸੇਵਾ ਕੀਤੀ, ਮਹਾਰਾਜ ਦੇ ਦਰਸ਼ਨ ਕੀਤੇ। ਜਿਹੜਾ ਪਰਣ ਕੀਤਾ ਸੀ ਕਿ ਮਹਾਰਾਜ ਪਹਿਲਾਂ ਅੰਦਰ ਬਿਰਾਜਣ ਪਲੰਗ ਤੇ, ਫੇਰ ਅਸੀਂ ਜਾਵਾਂਗੇ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਹਨਾਂ ਦੇ ਪਰਣ ਨੂੰ ਪੂਰਾ ਕੀਤਾ ਹੈ। ਆਓ ਅਗਲੀ ਕਥਾ ਪ੍ਰੇਮ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮੋ ਸਾਈਂ ਦਾਸ ਪ੍ਰਣ ਜੋਈ। ਜੋ ਬੀਬੀ ਰਾਮੋ ਤੇ ਭਾਈ ਸਾਈਂ ਦਾਸ ਦਾ ਪ੍ਰਣ ਹੈ, ਕੀਨ ਸੰਪੂਰਨ ਸਤਿਗੁਰ ਸੋਈ। ਉਹ ਭਾਈ ਗੁਰੂ ਹਰਗੋਬਿੰਦ ਸਾਹਿਬ ਜੀ ਸਤਿਗੁਰ ਨੇ ਪੂਰਾ ਕੀਤਾ। ਅਤ ਪ੍ਰੀਤੀ ਯੁਤ ਦੰਪਤ ਮਿਲੇ। ਬਹੁਤ ਪ੍ਰੀਤੀ ਸਹਿਤ ਦੋਵੇਂ ਦੰਪਤੀ ਪਤੀ ਪਤਨੀ ਸਤਿਗੁਰਾਂ ਨੂੰ ਮਿਲੇ ਹਨ। ਨਾਨਾ ਅਸਨ ਕੀਨ ਬਿਦ ਭਲੇ। ਬਹੁਤ ਤਰ੍ਹਾਂ ਦੇ ਭੋਜਨ ਪਦਾਰਥ ਭਲੀ ਪ੍ਰਕਾਰ ਤਿਆਰ ਕੀਤੇ। ਆਨ ਥਾਰ ਕੋ ਧਰਿਉ ਅਗਾਰੀ। ਤੇ ਉਹ ਪ੍ਰਸ਼ਾਦੇ ਦਾ ਥਾਲ ਲਿਆ ਕੇ ਸਤਿਗੁਰੂ ਜੀ ਦੇ ਅੱਗੇ ਰੱਖ ਦਿੱਤਾ। ਛਕੈ ਸਤਿਗੁਰੂ ਪ੍ਰੇਮ ਨਿਹਾਰੀ। ਸਤਿਗੁਰੂ ਇਹਨਾਂ ਦਾ ਪ੍ਰੇਮ ਵੇਖ ਕੇ ਪ੍ਰਸ਼ਾਦਾ ਛਕ ਰਹੇ ਹਨ। ਸੰਬੰਧੀ ਹੈ ਗੁਰੂ ਹਮਾਰੇ। ਇਹ ਗੁਰੂ ਮਹਾਰਾਜ ਸਾਡੇ ਸੰਬੰਧੀ ਹਨ। ਇਹੋ ਨਿਸ਼ਚੈ ਔਰ ਤੇ ਨਿਰਵਾਰੇ। ਇਹ ਜਿਹੜਾ ਨਿਸ਼ਚਾ ਸੀ ਇਹਨਾਂ ਨੇ ਆਪਣੇ ਹਿਰਦੇ ਵਿੱਚੋਂ ਨਿਵਰਤ ਕੀਤਾ ਹੋਇਆ ਸੀ। ਭਾਵ ਗੁਰੂ ਨੂੰ ਕੋਈ ਰਿਸ਼ਤੇਦਾਰ ਨਹੀਂ ਜਾਣਦੇ। ਪ੍ਰਭੂ ਲਖੈ ਸਭ ਜਗ ਕੋ ਸੁਆਮੀ। ਉਹ ਤੇ ਸਗੋਂ ਸਾਰੇ ਜਗਤ ਦਾ ਮਾਲਕ ਪਰਮੇਸ਼ਰ ਸਰੂਪ ਜਾਣਦੇ ਹਨ। ਆਇਓ ਹਮੈ ਉਧਾਰਨ ਕਾਮੀ।
ਇਹ ਤਾਂ ਸਾਡਾ ਭਲਾ ਕਰਨ ਦੇ ਵਾਸਤੇ ਹੀ ਮਹਾਰਾਜ ਆਏ ਹਨ। ਰੋਚਕਾਰ ਭੋਜਨ ਤੇ ਤ੍ਰਿਪਤਾਏ। ਫਿਰ ਭਾਈ ਰੁਚੀ ਸਹਿਤ ਪ੍ਰਸ਼ਾਦਾ ਪਾਣੀ ਛਕ ਕੇ ਤ੍ਰਿਪਤ ਹੋਏ। ਜਲ ਸੀਤਲ ਪੀਵਤ ਹਰ ਖਾਏ। ਠੰਡਾ ਜਲ ਸਤਿਗੁਰਾਂ ਛਕਿਆ ਪ੍ਰਸੰਨ ਹੋਏ। ਹਾਥ ਪਖਾਰਨ ਜਬ ਕਰ ਲੀਨ। ਜਦੋਂ ਸਤਿਗੁਰਾਂ ਨੇ ਹੱਥ ਧੋ ਲਏ ਹਨ, ਪੋਛਨ ਹਿਤ ਰੁਮਾਲ ਤਬ ਦੀਨ। ਤਾਂ ਉਹਨਾਂ ਨੇ ਭਾਈ ਰੁਮਾਲ ਪਰਨਾ ਹੱਥ ਪੂੰਝਣ ਦੇ ਵਾਸਤੇ ਫਿਰ ਦਿੱਤਾ ਹੈ। ਕਰਿਓ ਬਚਨ ਔਰ ਭਾਉ ਜੋ ਹੇਰਾ। ਗੁਰੂ ਸਾਹਿਬ ਨੇ ਸਾਈਂ ਦਾਸ ਰਾਮੂ ਦਾ ਹਿਰਦੇ ਦੀ ਭਾਵਨਾ ਪ੍ਰੇਮ ਵੇਖਿਆ। ਜਦੋਂ ਬਚਨ ਕਹੇ, ਹੋਏ ਨਾ ਅਬ ਤੇ ਭਉ ਜਲ ਫੇਰਾ। ਤੁਹਾਡਾ ਭਾਈ ਹੁਣ ਤੋਂ ਭਵਜਲ ਦਾ ਫੇਰਾ ਜੰਮਣ ਮਰਨ ਨਹੀਂ ਹੋਵੇਗਾ। ਅਤ ਪ੍ਰਸੰਨ ਮੋਹ ਕਉ ਤੁਮ ਕੀਨਾ। ਤੁਸੀਂ ਸਾਨੂੰ ਬਹੁਤ ਪ੍ਰਸੰਨ ਕਰ ਲਿਆ ਹੈ। ਇਸ ਕਾਰਨ ਤੇ ਗਤ ਭਰ ਦੀਨਾ। ਮਹਾਰਾਜ ਕਹਿੰਦੇ ਇਸ ਕਰਕੇ ਅਸੀਂ ਮੁਕਤੀ ਦਾ ਵਰ ਤੁਹਾਨੂੰ ਬਖਸ਼ਿਆ। ਦੇਖਿਓ ਆਪਣੇ ਹਿਰਦੇ ਵਿਚਾਰ। ਤਾਂ ਇਹਨਾਂ ਆਪਣੇ ਹਿਰਦੇ ਵਿੱਚ ਵਿਚਾਰ ਕੇ ਵੇਖਿਆ। ਭਰਮ ਮੋਹ ਹੋ ਕੇ ਮਿਟੇ ਕੇ ਵਾਰ। ਦੋਹਾਂ ਦੇ ਅੰਦਰੋਂ ਭਾਈ ਸਾਈਂ ਦਾਸ ਵੀ ਬੀਬੀ ਰਾਮੋ ਵੀ ਭਰਮ ਤੇ ਮੋਹ ਦੇ ਜਿਹੜੇ ਕਵਾੜ ਦਰਵਾਜ਼ੇ ਸਨ, ਇਹ ਬੱਜਰ ਮਿਟ ਗਏ, ਖਤਮ ਹੋ ਗਏ। ਗਿਆਨ ਬ੍ਰਿਤੀ ਜਿਨ ਕੇ ਔਰ ਜਾਗੀ। ਜਿਨ੍ਹਾਂ ਦੇ ਹਿਰਦੇ ਵਿੱਚ ਗਿਆਨ ਸਰੂਪ ਬਿਰਤੀ ਜਾਗ ਪਈ। ਰਾਗ ਦ્વੈਖ ਤਨ ਹੰਤਾ ਤਿਆਗੀ। ਅੰਦਰੋਂ ਰਾਗ ਦ્વੈਖ ਜਿਹੜਾ ਹੈ, ਈਰਖਾ ਮੋਹ, ਤਨ ਦੀ ਹੰਗਤਾ, ਇਹ ਸਭ ਤਿਆਗ ਦਿੱਤੀ। ਗੁਰੂ ਮਹਾਤਮ ਮਨ ਤੇ ਜਾਨਾ। ਤੇ ਗੁਰੂ ਸਾਹਿਬ ਦਾ ਕੀ ਮਹੱਤਵ ਹੈ ਮਨ ਤੋਂ ਜਾਣ ਲਿਆ। ਭਏ ਜਗਤ ਕੇ ਬੰਧਨ ਹਾਨਾ। ਕਿ ਸਤਿਗੁਰੂ ਤਾਂ ਜਗਤ ਦੇ ਬੰਧਨ ਨਾਸ਼ ਕਰਨ ਵਾਸਤੇ ਆਏ ਨੇ। ਇਹਨਾਂ ਦੇ ਭਾਈ ਜਗਤ ਦੇ ਬੰਧਨ ਨਾਸ਼ ਹੋ ਗਏ। ਭਈ ਨਿਸਾ ਸੁਪਤੇ ਸੁਖ ਸਾਗਰ। ਸੁੱਖਾਂ ਦੇ ਸਮੁੰਦਰ ਸਤਿਗੁਰੂ ਰਾਤ ਹੋਈ ਤੇ ਮਹਾਰਾਜ ਪੈ ਗਏ ਹਨ, ਸੌਂ ਗਏ। ਉੱਠੇ ਪ੍ਰਾਤ ਕਰਨਾ ਕੇ ਆਗਰ। ਇਉਂ ਕਿਰਪਾ ਨੂੰ ਕਰਨ ਵਾਲੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠੇ ਹਨ। ਲੱਗੇ ਉਹ ਦੀਵਾਨ ਮੰਦਰ ਕੇ ਮਾਹੀ। ਉਸ ਘਰ ਦੇ ਵਿੱਚ ਦੀਵਾਨ ਸਜਿਆ ਹੈ। ਨਿਕਟ ਗ੍ਰਾਮਨ ਕੇ ਸਿੱਖ ਆਹੀ। ਨੇੜੇ ਦੇ ਪਿੰਡਾਂ ਦੇ ਸਿੱਖ ਸੰਗਤਾਂ ਪਹੁੰਚੀਆਂ ਨੇ। ਦਰਸੈ ਮਨੋ ਕਾਮਨਾ ਪਾਵੇ। ਮਹਾਰਾਜ ਦੇ ਦਰਸ਼ਨ ਕਰਕੇ ਮਨ ਦੀਆਂ ਕਾਮਨਾ ਪਾਉਂਦੇ ਹਨ, ਭਾਵ ਇੱਛਾ ਪੂਰੀਆਂ ਕਰਦੇ ਨੇ। ਅਨਕ ਪ੍ਰਕਾਰ ਅਕੋਰ ਚੜਾਵੇ। ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਚੜਾਉਂਦੇ ਹਨ। ਦਿਵਸ ਤੀਨ ਇਸ ਬਿਧ ਗੁਰ ਰਹੇ। ਇਸ ਤਰ੍ਹਾਂ 3 ਦਿਨ ਫਿਰ ਮਹਾਰਾਜ ਜੀ ਇੱਥੇ ਰਹੇ। ਸੁਧਾ ਸਰੋਵਰ ਆਵਨ ਚਹੇ। 3 ਦਿਨਾਂ ਬਾਅਦ ਫਿਰ ਮਹਾਰਾਜ ਨੇ ਅੰਮ੍ਰਿਤਸਰ ਆਉਣਾ ਚਾਹਿਆ। ਸਾਈਂ ਦਾਸ ਗਰ ਅੰਚਰ ਢਾਰਾ। ਤਾਂ ਭਾਈ ਸਾਈਂ ਦਾਸ ਜੀ ਨੇ ਗਲ ਵਿੱਚ ਪੱਲਾ ਪਾਇਆ ਹੈ। ਬਹੁ ਬਿਧ ਬੇਨਤੀ ਕੀਨ ਉਚਾਰਾ। ਬਹੁਤ ਤਰ੍ਹਾਂ ਨਾਲ ਸਤਿਗੁਰੂ ਨੂੰ ਬੇਨਤੀ ਕਹੀ। ਤਿਸ ਕੇ ਪ੍ਰੇਮ ਬਸੀ ਗੁਰ ਹੋਏ। ਮਹਾਰਾਜ ਨੂੰ ਹੋਰ ਰਹਿਣ ਵਾਸਤੇ ਕਿਹਾ ਤਾਂ ਮਹਾਰਾਜ ਦੇ ਪ੍ਰੇਮ ਦੇ ਬਸ ਹੋ ਗਏ। ਰਹਿਤ ਭਏ ਦੁਖ ਦਾਸਨ ਖੋਏ। ਆਪਣੇ ਦਾਸਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਸਤਿਗੁਰੂ ਜੀ ਫਿਰ ਹੋਰ ਰਹਿ ਪਏ। ਸਿੱਖੀ ਅਦਕ ਹੋਣ ਤਹਿ ਲਾਗੀ।
ਇੱਥੇ ਬਹੁਤ ਆਲੇ ਦੁਆਲੇ ਸਿੱਖੀ ਵਧਣ ਲੱਗ ਪਈ। ਸਿਮਰਹਿ ਸਤਿਨਾਮ ਵੱਡ ਭਾਗੀ। ਵੱਡੇ ਭਾਗਾਂ ਵਾਲੇ ਮਾਈ ਭਾਈ ਸੱਚੇ ਨਾਮ ਦਾ ਸਿਮਰਨ ਕਰਦੇ ਨੇ। ਭਏ ਦੇਸ਼ ਤਿਸ ਬ੍ਰਿੰਦ ਨਿਹਾਲ। ਤਾਂ ਇਹ ਦੇਸ਼ ਜਿਹੜਾ ਹੈ ਇਲਾਕਾ ਬਹੁਤ ਨਿਹਾਲ ਹੋਇਆ। ਫੈਲ ਗਹਿਓ ਸਤਿਗੁਰ ਜਸ ਜਾਲ। ਸਤਿਗੁਰੂ ਦੇ ਜਸ ਦਾ ਜਾਲ ਸਾਰੇ ਇਲਾਕੇ ਵਿੱਚ ਫੈਲ ਗਿਆ। ਜਗਤ ਬਿਖੈ ਰੁੱਤ ਸਰਦ ਪ੍ਰਕਾਸ਼ੀ। ਤੇ ਇਧਰ ਫਿਰ ਸੰਸਾਰ ਦੇ ਵਿੱਚ ਸਰਦ ਰੁੱਤ ਪ੍ਰਕਾਸ਼ ਪਈ। ਸਰਦ ਰੁੱਤ ਆ ਗਈ ਹੈ। ਕਾਤਕ ਸੁੰਦਰ ਪੂਰਨ ਮਾਸੀ। ਕਾਤਕ ਮਹੀਨੇ ਦੀ ਸੋਹਣੀ ਸੁੰਦਰ ਜਿਹੜੀ ਕਾਤਕ ਸੁਦੀ ਪੂਰਨਮਾਸੀ ਆਈ ਹੈ। ਸੰਮਤ ਜੁਗਲ ਵੇਦ ਸਸ ਜਾਨ। ਸੰਮਤ ਜੁਗਲ ਵੇਦ ਸਸ ਜਾਨ। ਇਹ ਤਰੀਕ ਲਿਖੀ ਹੈ। ਸੰਮਤ ਭਾਵ 100, ਜੁਗਲ 2, ਵੇਦ 4, ਸਸ 1, ਜਾਣ ਲਓ। ਇਸ ਤਰ੍ਹਾਂ ਇਹਦਾ ਜਦੋਂ ਜੋੜ ਲਾ ਲਈਏ, ਵੇਦ 4 ਨੇ, ਸਸ ਨਾਮ ਚੰਦਰਮੇ ਦਾ ਹੈ, ਚੰਦਰਮਾ 1 ਹੈ। ਸੰਮਤ ਜੁਗਲ ਇਹ ਭਾਈ ਸੰਮਤ ਜਿਹੜਾ ਹੈ 2, 4 ਤੇ ਸਸ 1, ਇਹਨੂੰ ਉਲਟਾ ਲਓ। 1 ਮੂਹਰੇ ਲੱਗ ਗਿਆ ਸਸ, ਫਿਰ ਵੇਦ 4 ਉਹਦੇ ਪਿੱਛੇ ਲੱਗ ਗਿਆ, ਜੁਗਲ 2 ਉਸ ਦੇ ਮਗਰ ਲੱਗ ਗਿਆ, ਭਾਵ 142। ਨਾਨਕ ਸ਼ਾਹੀ ਸੰਮਤ ਜਾਣ ਲੋ। ਗ੍ਰਹਿ ਨਛੱਤਰ ਸ਼ੁਭ ਲਗਨ ਪ੍ਰਮਾਨ। ਗੁਰੂ ਨਾਨਕ ਦੇਵ ਮਹਾਰਾਜ ਦਾ ਉਹ ਪ੍ਰਕਾਸ਼ ਦਿਹਾੜਾ ਸੋਹਣੇ ਗ੍ਰਹਿ ਨਛੱਤਰ ਸ਼ੁਭ ਲਗਨ ਤੇ ਪ੍ਰਮਾਣ ਨੇ। ਭਾਗਾਂ ਵਾਲਾ ਦਿਨ ਹੈ। ਅੰਮ੍ਰਿਤ ਸਮਹਿ ਦਮੋਦਰੀ ਕੇਰ। ਅੰਮ੍ਰਿਤ ਵੇਲੇ ਦਾ ਸਮਾਂ ਸੀ ਜੋ ਮਾਤਾ ਦਮੋਦਰੀ ਜੀ ਦੇ ਜਨਮਿਓ ਬਾਰਕ ਸੁੰਦਰ ਹੇਰ। ਬਹੁਤ ਹੀ ਸੋਹਣਾ ਸੁੰਦਰ ਬਾਲਕ ਜਿਹੜਾ ਹੈ ਉਸਨੇ ਜਨਮ ਲਿਆ। ਸਭਨ ਬਿਖੈ ਮੰਗਲ ਪ੍ਰਗਟਈ। ਸਾਰਿਆਂ ਦੇ ਵਿੱਚ ਖੁਸ਼ੀਆਂ ਪ੍ਰਗਟ ਹੋਈਆਂ। ਭਈ ਭੋਰ ਬਹੁ ਬੱਜੀ ਵਧਾਈ। ਸਵੇਰ ਹੋਈ ਹੈ, ਸਾਰੇ ਇੱਕ ਦੂਜੇ ਵਧਾਈਆਂ ਦਿੰਦੇ ਹਨ। ਮੰਦਰ ਦਰ ਪਰ ਬੰਧਨ ਵਾਰੇ। ਘਰ ਦੇ ਦਰਵਾਜ਼ੇ ਤੇ ਬੰਦਰਵਾਰਾਂ ਮਾਲਾ ਜੀਆਂ ਬੰਨੀਆਂ ਹਨ। ਦਾਨ ਸੁਰੰਕਨ ਦੀਨ ਸਪਾਰੇ। ਗਰੀਬਾਂ ਨੂੰ ਬਹੁਤ ਜ਼ਿਆਦਾ ਦਾਨ ਦਿੱਤਾ ਹੈ। ਸਿੱਖ ਸੰਗਤ ਕੇ ਭੇ ਵੱਡ ਮੇਲੇ। ਸਿੱਖ ਸੰਗਤਾਂ ਦਾ ਵੀ ਵੱਡਾ ਇਕੱਠ ਹੋ ਗਿਆ ਹੈ। ਵਰਤਸ ਗਨ ਕੜਾਹ ਤਿਸ ਵੇਲੇ। ਉਸ ਵੇਲੇ ਬਹੁਤ ਕੜਾਹ ਪ੍ਰਸ਼ਾਦ ਜਿਹੜਾ ਹੈ ਵਰਤ ਰਿਹਾ ਹੈ। ਸੁਧਾ ਸਰੋਵਰ ਸੁਧ ਪਹੁੰਚਾਈ। ਅੰਮ੍ਰਿਤਸਰ ਸਾਹਿਬ ਵੀ ਖਬਰ ਪਹੁੰਚਦੀ ਕਰ ਦਿੱਤੀ। ਮਾਤ ਗੰਗ ਆਈ ਉਤਲਾਈ। ਮਾਤਾ ਗੰਗਾ ਜੀ ਵੀ ਬਹੁਤ ਉਤਸ਼ਾਹ ਨਾਲ ਇੱਥੇ ਪਹੁੰਚ ਗਏ। ਪੇਖ ਪੋਤਾ ਮਨ ਆਨੰਦ ਧਾਰੇ। ਪੋਤਰੇ ਨੂੰ ਵੇਖਿਆ ਤੇ ਮਨ ਵਿੱਚ ਮਾਤਾ ਗੰਗਾ ਖੁਸ਼ੀ ਧਾਰਦੀ ਹੈ। ਕਰਨ ਲੱਗੇ ਸਭ ਵਿਧ ਪ੍ਰਤ ਪਾਰੇ। ਸਾਰੇ ਭਾਈ ਸਭ ਤਰ੍ਹਾਂ ਕਰਕੇ ਬੱਚੇ ਦੀ ਪਾਲਣਾ ਪ੍ਰਤ ਪਾਲਣਾ ਦੇਖਭਾਲ ਕਰਨ ਲੱਗੇ। ਦਿਨ ਤਰੋਦਸਵੇਂ ਕਰ ਕੁਲ ਰੀਤ। ਤਾਂ ਫਿਰ ਤਰੋਦਸਵੇਂ 13ਵੇਂ ਦਿਨ ਜਿਹੜੀਆਂ ਕੁਲ ਰੀਤਾਂ ਸਾਨੂੰ ਕੀਤੀਆਂ। ਹੇਰ ਹੇਰ ਕਰ ਹਰਖਤ ਚੀਤ। ਵੇਖ ਵੇਖ ਕੇ ਸਭ ਦਾ ਮਨ ਚਿੱਤ ਖੁਸ਼ ਹੁੰਦਾ ਹੈ। ਮਾਤ ਕਹਿਓ ਸੁਤ ਧਰ ਸ਼ੁਭ ਨਾਮੂ। ਮਾਤਾ ਜੀ ਕਹਿਣ ਲੱਗੇ ਕਿ ਹੁਣ ਪੁੱਤਰ ਦਾ ਸ਼ੁਭ ਨਾਮ ਰੱਖੋ। ਸੁਣ ਸ੍ਰੀ ਹਰਿ ਗੋਬਿੰਦ ਅਬਰਹਮ। ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਜੋ ਬਹੁਤ ਬੇਅੰਤ ਸੁੰਦਰ ਪ੍ਰੇਮ ਵਾਲੇ ਨੇ
ਕਹਿਤ ਭਏ ਸੁਤ ਸਤ ਗੁਰ ਦੀਨੋ। ਮਹਾਰਾਜ ਕਹਿਣ ਲੱਗੇ ਵੀ ਇਸ ਬਾਲਕ ਦਾ ਜਨਮ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਅਵਤਾਰ ਦਿਹਾੜੇ ਵਾਲੇ ਦਿਨ ਹੋਇਆ, ਤਾਂ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਪੁੱਤਰ ਦਿੱਤਾ ਹੈ। ਗੁਰ ਦਿੱਤਾ ਇਸ ਆਖੈ ਚੀਨੋ। ਇਸ ਕਰਕੇ ਹੁਣ ਇਹਨੂੰ ਗੁਰ ਦਿੱਤਾ ਆਖਿਆ ਜਾਇਆ ਕਰੂ। ਸੁਨ ਸ੍ਰੀ ਮੁਖ ਤੇ ਸਭ ਹਰ ਖਾਏ। ਤੇ ਸੁਣ ਕੇ ਭਾਈ ਮਹਾਰਾਜ ਦੇ ਮੁਖ ਤੋਂ ਇਹ ਨਾਮ ਸਾਰੇ ਖੁਸ਼ ਹੋਏ। ਪ੍ਰਸਾਦ ਵਰਤਾਏ ਬਸਨ ਪਹਿਨਾਏ। ਪ੍ਰਸਾਦ ਵਰਤਾਇਆ ਗਿਆ ਤੇ ਵਸਤਰ ਪਹਿਨਾਏ ਗਏ। ਮਾਤਾ ਕੋ ਬਹੁ ਮਿਲੇ ਵਧਾਈ। ਤੇ ਮਾਤਾ ਨੂੰ ਦਮੋਦਰੀ ਜੀ ਨੂੰ ਬਹੁਤ ਵਧਾਈਆਂ ਮਿਲਦੀਆਂ ਨੇ। ਦੇ ਆਸਖ ਮਾਤਾ ਸਭ ਥਾਂ ਤਾਈ। ਮਾਤਾ ਦਮੋਦਰੀ, ਵੱਡੇ ਮਾਤਾ ਗੰਗਾ ਜੀ ਸਭ ਨੂੰ ਭਾਈ ਅਸੀਸਾਂ ਦਿੰਦੇ ਹਨ। ਬਹੁ ਉਤਸ਼ਾਹ ਗੁਰੂ ਘਰ ਭਇਓ। ਗੁਰੂ ਮਹਾਰਾਜ ਦੇ ਘਰ ਬਹੁਤ ਉਤਸ਼ਾਹ ਖੁਸ਼ੀ ਹੋਈ ਹੈ। ਗ੍ਰਾਮ ਡਰੋਲੀ ਮੰਗਲ ਮਇਓ। ਇਹ ਡਰੋਲੀ ਨਗਰ ਦੇ ਵਿੱਚ ਬਹੁਤ ਮੰਗਲਮਈ ਖੁਸ਼ੀਆਂ ਹੋਈਆਂ ਹਨ। ਇਹ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਖਸ਼ਟਮ ਮਹੱਲੇ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਦਾ ਜੋ ਖਸ਼ਟਮ ਮਹੱਲੇ ਦੀ ਕਥਾ ਹੈ। ਸ੍ਰੀ ਗੁਰੂ ਡਰੋਲੀ ਗਮਨ ਔ ਪ੍ਰਥਮ ਪੁੱਤ ਸ੍ਰੀ ਗੁਰਦਿੱਤਾ ਜੀ ਜਨਮ ਪ੍ਰਸੰਗ ਵਰਣਨ। ਕਿ ਮਹਾਰਾਜ ਡਰੋਲੀ ਨਗਰ ਆਏ, ਪਹਿਲੇ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ। ਇਹ ਪ੍ਰਸੰਗ ਵਰਣਨ ਕੀਤਾ। ਨਾਮ ਚਤੁਰਦਸਮੋ ਮੰਦਰ ਹੈ, 14ਵੇਂ ਘਰ ਦਾ ਇਹ ਪ੍ਰਸੰਗ ਸੀ। ਦੋਹਰਾ ਅੱਗੇ 15ਵੇਂ ਘਰ ਦਾ ਪ੍ਰਸੰਗ ਦੱਸ ਰਹੇ ਹਨ। ਸ੍ਰੀ ਗੁਰ ਹਰ ਗੋਬਿੰਦ ਕੇ ਸੁਤ ਉਪਜੇ ਪਸਚਾਤ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਪੈਦਾ ਹੋਇਆ, ਵੱਡਾ ਹੋਇਆ ਹੈ। ਇਸ ਤੋਂ ਉਪਰੰਤ ਫਿਰ ਕੁਝ ਸਮਾਂ ਬਾਅਦ, ਸਾਲ ਬਾਅਦ, ਕੇਤਕ ਮਾਸ ਬਤੀਤ ਭੇ ਸੁੰਦਰ ਬ੍ਰਿਧਤ ਗਾਤ। ਕਿੰਨੇ ਕੁਝ ਮਹੀਨੇ ਬੀਤੇ ਹਨ। ਸੁੰਦਰ ਬ੍ਰਿਧਤ, ਸੋਹਣੀ ਸੁੰਦਰ ਸਰੀਰ ਦੀ ਬ੍ਰਿਧੀ ਹੋਣ ਲੱਗੀ ਹੈ ਬਾਲਕ ਦੀ। ਚੌਪਈ ਇੱਕ ਦਿਨ ਪੌੜੇ ਸਹਿਜ ਸੁਭਾਏ। ਇੱਕ ਦਿਨ ਸਹਿਜ ਸੁਭਾਅ ਮਹਾਰਾਜ ਪਏ ਹਨ। ਗ੍ਰੀਖਮ ਰੁੱਤ ਬਹੁ ਕਾਮ ਸੁਆਈ। ਗਰਮੀ ਜੇਠ ਹਾੜ ਦੇ ਮਹੀਨੇ ਦੀ ਰੁੱਤ ਆ ਗਈ, ਬਹੁਤ ਗਰਮੀ ਹੋ ਗਈ। ਚਾਂਪਤ ਪਦ ਜੁਗ ਸਾਈਂ ਦਾਸ। ਤੇ ਸਾਈਂ ਦਾਸ ਜਿਹੜਾ ਹੈ ਦੋਵੇਂ ਚਰਨਾਂ ਨੂੰ ਘੁੱਟ ਰਿਹਾ ਹੈ। ਆਰਾਮੋ ਬਿੰਜਨਾ ਕਰਤ ਹੁਲਾਸ। ਜੋ ਬੀਬੀ ਰਾਮੋ ਹੈ ਉਹ ਖੁਸ਼ੀ ਨਾਲ ਪੱਖਾ ਚੱਲ ਰਹੀ ਹੈ। ਮਿਰਦਲ ਸੇਜ ਪਰ ਸਤ ਗੁਰ ਥਿਰੇ। ਸੋਹਣੀ ਸੁੰਦਰ ਨਰਮ ਸੇਜਾ ਤੇ ਸਤਿਗੁਰੂ ਪਏ ਹਨ। ਇਸ ਪ੍ਰਕਾਰ ਕੌਤਕ ਤਬ ਕਰੇ। ਇਸ ਤਰ੍ਹਾਂ ਦਾ ਕੌਤਕ ਉਸ ਸਮੇਂ ਮਹਾਰਾਜ ਨੇ ਕੀਤਾ। ਸਿੱਖ ਗੁਲਾਬਾ ਇੱਕ ਸੌਦਾਗਰ। ਇੱਕ ਗੁਲਾਬਾ ਨਾਮ ਦਾ ਵੱਡਾ ਸੌਦਾਗਰ ਸਿੱਖ ਸੀ। ਭਰ ਜਹਾਜ਼ ਚੱਲਿਓ ਵਿੱਚ ਸਾਗਰ। ਉਹ ਜਹਾਜ਼ ਭਰ ਕੇ ਬਹੁਤ ਆਪਣੇ ਮਾਲ ਦਾ ਸੌਦਾਗਰੀ ਕਰਨ ਲਈ ਸਮੁੰਦਰ ਵਿੱਚ ਚੱਲਿਆ ਹੈ। ਤਾਹਾਂ ਬਿਘਨ ਐਸੇ ਕੁਛ ਭਇਓ। ਤੇ ਕੁਝ ਐਸਾ ਬਿਘਨ ਪਾਣੀ ਵਿੱਚ ਹੋਇਆ। ਚਲਤ ਜਹਾਜ਼ ਅਟਕ ਤਹਿ ਗਇਓ। ਉਹਦਾ ਜਹਾਜ਼ ਚੱਲਦਾ ਹੋਇਆ ਵਿੱਚ ਹੀ ਅਟਕ ਗਿਆ, ਰੁਕ ਗਿਆ ਹੈ। ਚਲਤ ਨ ਜਤਨ ਕਰਤ ਸਭ ਹਾਰੀ। ਚੱਲਦਾ ਨਹੀਂ, ਉਹਨੇ ਬੜੇ ਯਤਨ ਕਰਕੇ ਸਭ ਥੱਕ ਗਏ। ਭੇ ਨਰਾਸ ਲਾਚਾਰ ਵਿਚਾਰੇ। ਉਹ ਵਿਚਾਰੇ ਨਿਰਾਸ਼ ਹੋ ਗਏ, ਲਾਚਾਰ ਹੋ ਗਏ ਨੇ। ਸਭ ਕਿਛ ਤਿਆਗ ਪਏ ਗੁਰ ਸਰਨਾ।
ਤਾਂ ਫਿਰ ਸਭ ਕੁਝ ਛੱਡ ਕੇ ਗੁਰੂ ਮਹਾਰਾਜ ਦੀ ਸ਼ਰਨ ਪਏ। ਭਾਵ ਉਹਨਾਂ ਬੇਨਤੀ ਕੀਤੀ, ਰੱਛੋ ਹੋ ਆਏ ਆਪ ਕੋ ਪਰਨਾ। ਮਹਾਰਾਜ ਜੀ ਕਿਰਪਾ ਕਰੋ, ਪਰਨਾ ਕਹੀਏ ਸਹਾਰਾ ਸਾਨੂੰ, ਤੇ ਤੁਹਾਡਾ ਹੀ ਸਹਾਰਾ ਹੈ, ਕਿਰਪਾ ਕਰਕੇ ਰੱਖਿਆ ਕਰੋ। ਇਤ ਸ੍ਰੀ ਸਤਿਗੁਰ ਸੰਕਟ ਜਾਨਾ। ਇਧਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਉਸ ਗੁਲਾਬੇ ਸਿੱਖ ਦਾ ਸੰਕਟ ਦੁੱਖ ਜਾਣਿਆ। ਪਹੁੰਚੇ ਤਤ ਛਿਨ ਮਹਿ ਭਗਵਾਨਾ। ਤਾਂ ਭਗਵਾਨ ਸਰੂਪ ਸਤਿਗੁਰੂ ਜੀ ਤੁਰੰਤ ਉੱਥੇ ਪਹੁੰਚ ਗਏ। ਲਾਏ ਸਿਕੰਦ ਚਲਾਏ ਜਹਾਜ਼ਾ। ਤੇ ਮੋਢਾ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਦਾ ਜਹਾਜ਼ ਚਲਾ ਦਿੱਤਾ। ਨਿਜ ਸਿੱਖ ਕੇ ਪੂਰਨ ਕੀਏ ਕਾਜਾ। ਆਪਣੇ ਗੁਰਸਿੱਖ ਦੇ ਕਾਰਜ ਨੂੰ ਪੂਰਾ ਕੀਤਾ ਹੈ। ਰਾਮੋ ਆਦਿਕ ਦਾਸ ਜੇ ਔਰ। ਬੀਬੀ ਰਾਮੋ ਸਾਈਂ ਦਾਸ ਇਤਿਆਦਿਕ ਹੋਰ। ਜਾਣੈ ਗੁਰ ਸੁਪਤੇਸ ਠੌਰ। ਉਹ ਜਾਣ ਰਹੇ ਹੈ ਕਿ ਮਹਾਰਾਜ ਤੇ ਇਸ ਵੇਲੇ ਪਏ ਹਨ। ਚੌਦਿਸ ਫਿਰਤ ਬਿੰਜਨਾ ਕਰਤੀ। ਬੀਬੀ ਰਾਮੋ ਚਾਰੇ ਪਾਸੇ ਪੱਖਾ ਝਲਦੀ ਫਿਰ ਰਹੀ ਹੈ। ਸਵੇਦ ਨ ਹੋਏ ਪ੍ਰੇਮ ਕੋ ਧਰਤੀ। ਸਵੇਦ ਕਹੀਏ ਪਸੀਨਾ ਨਾ ਆ ਜਾਵੇ ਮਹਾਰਾਜ ਨੂੰ, ਇਸ ਕਰਕੇ ਉਹ ਪ੍ਰੇਮ ਧਾਰਦੀ ਹੈ। ਜਬ ਹੈ ਸਰਹਾਣੇ ਦਿਸ ਕੋ ਆਈ। ਜਦੋਂ ਚਲਦੀ ਚਲਦੀ ਸਰਹਾਣੇ ਵੱਲ ਆਈ ਹੈ। ਕੇਸ ਛੁੱਟੇ ਗੁਰ ਕੇ ਦਰਸਾਈ। ਤਾਂ ਸਤਿਗੁਰੂ ਮਹਾਰਾਜ ਜੀ ਦੇ ਕੇਸ ਛੁੱਟੇ ਹੋਏ ਵੇਖੇ, ਕੁਝ ਖੁੱਲੇ ਵੇਖੇ ਹਨ। ਤਿੰਨ ਤੇ ਨਿਚਰਤ ਨੀਰ ਕਨੇਰਾ। ਤੇ ਕੇਸਾਂ ਵਿੱਚੋਂ ਬਹੁਤ ਜਲ ਨੁਚੜ ਰਿਹਾ ਹੈ। ਅਚਰਜ ਭਈ ਹੀਰ ਤਿਸ ਬੇਰਾ। ਉਹ ਤੇ ਵੇਖ ਕੇ ਉਸ ਵੇਲੇ ਬਹੁਤ ਹੈਰਾਨ ਹੋਈ। ਪਤ ਸਿਉ ਉਚਰਤ ਇਹ ਕਿਆ ਭਇਓ। ਪਤੀ ਭਾਈ ਸਾਈਂ ਦਾਸ ਨੂੰ ਕਹਿੰਦੀ ਹੈ ਵੀ ਇਹ ਕੀ ਗੱਲ ਹੋ ਗਈ। ਇਤੋ ਸਵੇਦ ਕਿਮ ਸਿਰ ਤੇ ਗਇਓ। ਇੰਨਾ ਮੁੜਕਾ ਸਤਿਗੁਰੂ ਮਹਾਰਾਜ ਦੇ ਸੀਸ ਤੋਂ ਕਿਵੇਂ ਚੋਂਦਾ ਹੈ। ਕਿਆ ਕਾਰਨ ਭਾਖਿਓ ਨਹਿ ਜਾਈ। ਮੈਂ ਤੇ ਪੱਖਾ ਚੱਲ ਰਹੀ ਹਾਂ, ਐਸਾ ਕੀ ਕਾਰਨ ਹੋ ਗਿਆ ਜੋ ਕਿਹਾ ਨਹੀਂ ਜਾਇਆ ਜਾਂਦਾ। ਸਾਈਂ ਦਾਸ ਸੁਨ ਕਹਾ ਸੁਨਾਈ। ਸਾਈਂ ਦਾਸ ਜੀ ਸੁਣ ਕੇ ਉਹਨੂੰ ਕਹਿਣ ਲੱਗੇ ਹਨ, ਆਬ ਸਾਗਰ ਵਿਚਰੇ ਗੋਰੇ ਆਏ। ਕਿ ਮਹਾਰਾਜ ਤਾਂ ਹੁਣ ਸਮੁੰਦਰ ਵਿੱਚ ਜਾ ਕੇ ਆਏ ਹਨ। ਸਿੱਖ ਜਹਾਜ਼ ਅਟਕਿਓ ਸੋ ਲੰਘਾਏ। ਜਿੱਥੇ ਗੁਰਸਿੱਖ ਦਾ ਜਹਾਜ਼ ਰੁਕ ਗਿਆ ਸੀ, ਰਾਮੋ ਸਤਿਗੁਰੂ ਨੇ ਲੰਘਾਇਆ ਹੈ। ਤੂਸਨ ਰਹੋ ਸੇਵ ਕੋ ਠੰਨ। ਇਸ ਕਰਕੇ ਤੂੰ ਚੁੱਪ ਰਹਿ ਤੇ ਸੇਵਾ ਕਰੀ ਚੱਲ। ਨਹਿ ਉੱਚੇ ਮੁਖ ਬਾਕ ਬਖਾਨੋ। ਐਵੇਂ ਉੱਚਾ ਮੂੰਹੋਂ ਕੋਈ ਬੋਲ ਨਾ ਬੋਲ। ਤਬ ਸਤਿਗੁਰ ਹੋਏ ਸਾਵਧਾਨਾ। ਤਦ ਸਤਿਗੁਰੂ ਜੀ ਸਾਵਧਾਨ ਹੋ ਗਏ। ਸਾਈਂ ਦਾਸ ਸੰਗ ਬਾਕ ਬਖਾਨਾ। ਮਹਾਰਾਜ ਸਾਈਂ ਦਾਸ ਨੂੰ ਬਚਨ ਕਹੇ ਹਨ, ਭਾਈ ਜੀ ਕਿਆ ਸ਼ਕਤ ਦਿਖਾਈ। ਐ ਭਾਈ ਸਾਈਂ ਦਾਸ ਇਹ ਤੂੰ ਕੀ ਸ਼ਕਤੀ ਦਿਖਾਈ ਹੈ। ਭਾਵ ਤੈਨੂੰ ਜੇ ਪਤਾ ਲੱਗ ਗਿਆ, ਤੂੰ ਇਹਨੂੰ ਜਣਾਇਆ ਕਿਉਂ, ਦੱਸਿਆ ਕਿਉਂ। ਪੁਨ ਐਸੇ ਨਹਿ ਕਰੋ ਕਦਾਈ। ਮੁੜ ਕੇ ਤੁਸੀਂ ਕਦੇ ਵੀ ਐਸਾ ਨਹੀਂ ਕਰਨਾ ਹੈ। ਸਤ ਬਚਨ ਕਹਿ ਨਿਜ ਬਖਸ਼ਾਇਓ। ਸਾਈਂ ਦਾਸ ਜੀ ਨੇ ਸਤ ਬਚਨ ਕਹਿ ਕੇ ਆਪਣੇ ਆਪ ਨੂੰ ਬਖਸ਼ਾਇਆ ਹੈ। ਸੇਵਾ ਮਹਿ ਚਿਤ ਅਤ ਮੈਂ ਲਾਇਓ। ਸੇਵਾ ਦੇ ਵਿੱਚ ਬਹੁਤਾ ਉਸਨੇ ਫਿਰ ਚਿੱਤ ਜੋੜਿਆ ਹੈ। ਅਸ ਬਿਦ ਬਸ ਜੋਗ ਬਰਸ ਬਿਤਾਏ। ਇਸ ਤਰ੍ਹਾਂ ਇੱਥੇ ਰਹਿ ਕੇ ਮਹਾਰਾਜ ਨੇ ਭਾਈ 2 ਸਾਲ ਬਤੀਤ ਕੀਤੇ। ਪੁੱਤਰੀ ਜਨਮ ਗੁਰੂ ਘਰ ਪਾਏ।
ਫਿਰ ਗੁਰੂ ਘਰ ਦੇ ਵਿੱਚ ਇੱਕ ਪੁੱਤਰੀ ਨੇ ਜਨਮ ਲਿਆ ਹੈ। ਸੰਮਤ 1744 ਜੋ ਕਿ ਭਾਈ ਸੰਮਤ 144 ਹੈ ਨਾਨਕ ਸ਼ਾਹੀ। ਮਿਤੀ ਵਿਸਾਖ ਸਪਤ ਸੁਖ ਵਾਲੀ ਜੋ ਮਿਤੀ ਹੈ ਵਿਸਾਖ ਸੱਤ ਵਿਸਾਖ ਦਾ ਉਹ ਦਿਨ ਸੀ ਸੁਖਦਾਇਕ। ਅਦਕ ਸੁਤਨ ਤੇ ਮੰਗਲ ਭਏ ਇਉਂ ਭਾਈ ਬਹੁਤ ਹੀ ਜ਼ਿਆਦੇ ਇੱਥੇ ਮੰਗਲਮਈ ਪੁੱਤਰ ਤੋਂ ਵੀ ਜ਼ਿਆਦੇ ਖੁਸ਼ੀ ਹੋਈ। ਦਿਵਸ ਤ੍ਰੋਦਸੇ ਨਾਮ ਰਖੇ 13ਵੇਂ ਦਿਨ ਫਿਰ ਨਾਮ ਰੱਖਿਆ ਗਿਆ। ਦੇਖੋ ਗੁਰੂ ਘਰ ਦੇ ਵਿੱਚ ਲੜਕੀ ਦਾ ਵੀ 13ਵਾਂ ਮਨਾਇਆ ਮਹਾਰਾਜ ਨੇ ਤੇ ਆਮ ਆਪਾਂ ਨਹੀਂ ਕਰਦੇ ਹਾਂ। ਲੜਕੇ ਦਾ ਤਾਂ 13ਵਾਂ ਦੁਨੀਆ ਕਰਦੀ ਹੈ, ਲੜਕੀਆਂ ਦੇ ਘੱਟ ਹੈ। ਪਰ ਮਹਾਰਾਜ ਨੇ ਦੇਖੋ ਪੁੱਤਰ ਨਾਲੋਂ ਵੀ ਬਹੁਤੀ ਖੁਸ਼ੀ ਮਨਾਈ। ਅਦਕ ਸੁਤਨ ਤੇ ਮੰਗਲ ਪਏ ਪੁੱਤਰ ਨਾਲੋਂ ਵੀ ਬਹੁਤੇ ਮੰਗਲ ਹੋਏ। ਦਿਵਸ ਤ੍ਰੋਦਸੇ ਨਾਮ ਰਖੇ ਬੀਬੀ ਬੀਰੋ ਚੋਲਾ ਪਾਇਓ ਨਾਮ ਰੱਖਿਆ ਬੀਬੀ ਬੀਰੋ ਤੇ ਚੋਲਾ ਪਾਇਆ ਹੈ। ਬਹੁ ਕਰਾਹੋ ਕਰ ਕੈ ਵਰਤਾਇਓ ਬਹੁਤ ਕੜਾ ਪ੍ਰਸ਼ਾਦ ਕਰਕੇ ਵਰਤਾਇਆ ਹੈ। ਬੀਤੇ ਮਾਸ ਖਸਟ ਇਸ ਢਾਲ ਇਸ ਤਰੀਕੇ ਨਾਲ 6 ਮਹੀਨੇ ਹੋਰ ਬੀਤ ਗਏ। ਸ੍ਰੀ ਦਮੋਦਰੀ ਤਨ ਭਾਕਾਲ ਤਾਂ ਫਿਰ ਮਾਤਾ ਦਮੋਦਰੀ ਜੀ ਸਰੀਰ ਕਾਲ ਵਸ ਹੋ ਗਿਆ। ਮ੍ਰਿਤਕ ਕਿਰਿਆ ਗੁਰ ਭਲੇ ਕਰਾਏ ਭਲੀ ਪ੍ਰਕਾਰ ਸਤਿਗੁਰੂ ਜੀ ਨੇ ਮ੍ਰਿਤਕ ਕਿਰਿਆ ਕਰਵਾਈ ਹੈ। ਯੱਗ ਕਰਾਏ ਦਾਨ ਬਹੁ ਦਾਏ ਤੇ ਯੱਗ ਕਰਾਇਆ ਬਹੁਤ ਦਾਨ ਦਿੱਤਾ ਲੰਗਰ ਪਾਣੀ ਲਾਇਆ ਜੋ ਪ੍ਰਸ਼ਾਦਾ ਪਾਣੀ। ਇਸ ਤਰ੍ਹਾਂ ਬੀਬੀ ਮਾਤਾ ਦਮੋਦਰੀ ਜੀ ਦੇ ਅਕਾਲ ਚਲਾਣੇ ਤੇ ਵੀ ਭਾਵੇਂ ਉਮਰ ਉਦੋਂ ਕੋਈ ਜ਼ਿਆਦਾ ਨਹੀਂ ਸੀ ਪਰ ਫਿਰ ਵੀ ਮਹਾਰਾਜ ਨੇ ਅੰਨ ਪਾਣੀ ਛਕਾਇਆ ਜੋ ਸਾਰੀ ਕਿਰਿਆ ਇਸ ਤਰ੍ਹਾਂ ਦੀ ਕੀਤੀ। ਹੁਣ ਜਵਾਨਾ ਜਾਂ ਹੋਰ ਹੈ ਕਈ ਪਿੰਡਾਂ ਵਿੱਚ ਵੇਖਿਆ ਬੜੇ ਮਤੇ ਪੈਂਦੇ ਮਰਗ ਤੇ ਭੋਗ ਤੇ ਨਹੀਂ ਖਰਚਾ ਕਰਨਾ। ਆਓ ਬੁੜਾ ਮਰ ਜੇ ਹੁਣ ਮੂੰਹ ਕਰਦੇ ਉਹਦਾ ਮੜਾ ਜਾ ਕਿਉਂ ਸਾਰੀ ਜ਼ਿੰਦਗੀ ਖਪਦਾ ਮਰ ਗਿਆ ਕਿ ਉਹਦੇ ਭੋਗ ਤੇ ਨਹੀਂ ਖਰਚਾ ਕਰਨਾ। ਵਿਆਹ ਕਰੋ ਡਟ ਕੇ ਇਹ ਵੀ ਮਤੇ ਪਾਓ ਫਿਰ ਵਿਆਹਾਂ ਤੇ ਨਾ ਖਰਚਾ ਕਰੋ। ਆਪਦੇ ਜਵਾਕਾਂ ਮੌਕੇ ਦਾ ਲੱਖਾਂ ਰੁਪਇਆ ਖਰਚ ਦੇਣਾ ਬੁੜਾ ਮਰ ਗਿਆ ਫਿਰ ਮਤੇ ਪਾਉਣ ਲੱਗ ਜਾਂਦੇ ਜਲੇਬੀਆਂ ਨਹੀਂ ਪਕਾਉਣੀਆਂ ਫਲਾਨੀ ਨਹੀਂ ਚੀਜ਼ ਬਣਾਉਣੀਆਂ। ਪਿੰਡਾਂ 'ਚ ਬੜਾ ਹੋ ਜਾਂਦਾ ਵੀ ਮੌਤ ਪੈਂਦੀ ਆ ਹੁਣ ਜਿਹਨੇ ਸਾਰੀ ਜ਼ਿੰਦਗੀ ਕੰਮ ਕੀਤਾ ਉਹਦੇ ਭੋਗ ਤੇ ਹੁਣ ਜਲੇਬੀਆਂ ਚੁੱਭਦੀਆਂ। ਉੱਥੇ ਫਿਰ ਮਤੇ ਪੈਣੇ ਸ਼ੁਰੂ ਹੋ ਜਾਂਦੇ ਆ ਪੰਚਾਇਤਾਂ ਉੱਠ ਕੇ ਪਾਉਣ ਲੱਗ ਜਾਂਦੀਆਂ ਨਾ ਗਿਆਨ ਨਾ ਲੈਣਾ ਨਾ ਦੇਣਾ ਵੀ ਖਾਣ ਪੀਣ ਨੂੰ ਵਸਤੂਆਂ ਬਣੀਆਂ ਛਕੋ ਛਕਾਓ। ਮਹਾਰਾਜ ਨੇ ਕਿੰਨਾ ਕੁਝ ਹੈ ਤੇ ਜਿਹੜੇ ਮਤੇ ਪਾਉਣੇ ਆ ਠੇਕਿਆਂ ਦੇ ਪਾਓ। ਸ਼ਰਾਬ ਦਾ ਠੇਕਾ ਨਾ ਹੋਵੇ ਕੋਈ ਦਾਰੂ ਨਾ ਪੀਵੇ ਇਹੋ ਜਿਹੇ ਮਤੇ ਨਹੀਂ ਪਾਉਂਦੇ ਸਗੋਂ ਉਹਨਾਂ ਦਾ ਤਾਂ ਮੂਹਰੇ ਹੋ ਜਾਣਾ। ਜਿਹੜੇ ਮਤੇ ਪੈਣ ਵਾਲੇ ਆ ਨਸ਼ਿਆਂ ਵਿਰੁੱਧ ਨਹੀਂ ਕੋਈ ਪਾਉਣਾ ਤੇ ਵਿਆਹਾਂ ਤੇ ਫਜ਼ੂਲ ਖਰਚੀਆਂ ਦੇ ਪਾ ਲਓ। ਫਿਰ ਇਹ ਤਾਂ ਹੁਣ ਚਲੋ ਸ਼ੁਭ ਜਿਹੜੀਆਂ ਖੁਰਾਕਾਂ ਨੇ ਉਹ ਖਾਈਆਂ ਮਤੇ ਪਾਉਣੇ ਆ ਮੀਟ ਸ਼ਰਾਬਾਂ ਦੇ ਪਾਓ ਇਹ ਬੰਦ ਹੋਣੇ ਚਾਹੀਦੇ ਆ ਭਾਈ। ਮਤੇ ਪਾਉਣੇ ਤੇ ਕੋਈ ਇਹੋ ਜਿਹੇ ਪਾਓ ਚੱਜ ਦੇ। ਆ ਲੈ ਕੀ ਜਲੇਬੀਆਂ ਦਾ ਉਹਦੇ ਨਾਲ ਕੀ ਹੋ ਜਾਊਗਾ। ਇਹ ਨਹੀਂ ਜੀ ਖਵਾਉਣੀਆਂ ਫਲਾਨੀ ਚੀਜ਼ ਨਹੀਂ ਖਵਾਉਣੀ ਆਹ ਨਹੀਂ ਦਾਲ ਬਣਾਉਣੀ ਆਹ ਫਲਾਣਾ ਨਹੀਂ। ਇਹ ਤਾਂ ਸ਼ੁਭ ਪਦਾਰਥ ਨੇ ਜਿਹੜੇ ਉਹਦੇ ਛਕਣ ਵਾਲੇ ਉਹਦੇ ਛਕਣੇ ਚਾਹੀਦੇ ਆ। ਜਿਹੜੀਆਂ ਚੀਜ਼ਾਂ ਬੰਦ ਕਰਨ ਵਾਲੀਆਂ ਨੁਕਸਾਨਦਾਇਕ ਹੈ ਉਹ ਮਤੇ ਪਾਓ। ਹੋਰ ਕਿੰਨੀਆਂ ਫਜ਼ੂਲ ਖਰਚੀਆਂ ਨੇ ਉਹਨਾਂ ਤੇ ਪਾ ਲੈਣੇ ਚਾਹੀਦੇ ਆ। ਪਰ ਹੁਣ ਐਵੇਂ ਹੀ ਇੱਕ ਦੇਖਾ ਦੇਖੀ ਚੱਲ ਪਿਆ ਕੰਮ ਥਾਂ ਥਾਂ ਤੇ ਕਈ ਪਿੰਡਾਂ ਵਿੱਚ ਹੁੰਦਾ। ਫਿਰ ਉਹ ਵਿਚਾਰ ਇਦੋਂ ਵੱਧ ਇਕੱਠ ਨਾ ਹੋਵੇ ਜੀ ਇਦੋਂ ਵੱਧ ਫਲਾਨਾ ਨਾ ਹੋਵੇ ਜੀ ਇਹੋ ਜਿਹਾ ਕੁਛ ਕਰੀ ਜਾਂਦੇ ਆ। ਹੁਣ ਹੋਰ ਤਾਂ ਕੋਈ ਕੰਮ ਨਹੀਂ ਰਿਹਾ। ਕਈ ਆ ਪੰਚਾਇਤਾਂ ਨੂੰ ਆਹੀ ਕੰਮ ਰਹਿ ਗਏ ਇਦੋਂ ਨਹੀਂ ਜ਼ਿਆਦੇ ਸੱਦਣੇ ਫਲਾਨਾ ਨਹੀਂ ਸੱਦਣਾ ਉਹ ਨਹੀਂ ਤੇ ਉਹ ਜਿਹੜਾ ਹੈ ਜਿਹੜੇ ਕੰਮ ਕਰਨੇ ਆ ਉਹ ਕਰਨੇ ਨਹੀਂ ਹੈ। ਪਰ ਉਹ ਵਿਚਾਰ ਮਹਾਰਾਜ ਨੇ ਦੇਖੋ ਮ੍ਰਿਤਕ ਕਿਰਿਆ ਗੁਰ ਭਲੇ ਕਰਾਏ ਯੱਗ ਕਰਾਏ ਦਾਨ ਬਹੁਦਾਏ ਯੱਗ ਇਤਿਆਦਿ ਕਰਕੇ ਬਹੁਤ ਦਾਨ ਦਿੱਤਾ ਹੈ। ਦੋਹਰਾ ਗ੍ਰਾਮ ਡਰੋਲੀ ਕੇ ਵਿਖੈ ਬਰਖ ਅਢਾਈ ਬਿਤਾਏ
ਡਰੋਲੀ ਪਿੰਡ ਦੇ ਵਿੱਚ ਇਸ ਤਰ੍ਹਾਂ 2.5 ਸਾਲ ਸਤਿਗੁਰੂ ਜੀ ਨੇ ਬਤੀਤ ਕੀਤੇ ਹਨ। ਆਨਕ ਨਰਨ ਕੋ ਤਾਰ ਕੈ ਸੁਧਾ ਸਰੋਵਰ ਆਏ। ਬੇਅੰਤ ਪ੍ਰਾਣੀਆਂ ਨੂੰ ਤਾਰ ਕੇ ਫਿਰ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਹਨ। ਚੌਪਈ ਸ੍ਰੀ ਹਰਿਮੰਦਰ ਦਰਸੇ ਆਏ। ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕੀਤੇ। ਸ਼ਹਿਜ਼ਾਦਾ ਸੰਗ ਸੋਭਾ ਪਾਏ। ਨਾਲ ਸਾਹਿਬਜ਼ਾਦਾ ਮਹਾਰਾਜ ਦੇ ਸੋਭਾ ਪਾਉਂਦਾ ਹੈ। ਕਰੀ ਬੰਦਨਾ ਭੇਟ ਚੜਾਈ। ਨਮਸਕਾਰ ਕੀਤੀ ਭੇਟਾ ਚੜਾਈ ਹੈ। ਆਦਿਕ ਤਿਹਾਵਲ ਦੀਨ ਬਟਾਈ। ਬਹੁਤ ਕੜਾ ਪ੍ਰਸ਼ਾਦ ਵਰਤਾਇਆ ਹੈ। ਸਿੱਖ ਸੰਗਤ ਸਭ ਆਏ ਪਾਸ। ਸਿੱਖ ਸੰਗਤਾਂ ਸਭ ਮਹਾਰਾਜ ਕੋਲ ਪਹੁੰਚੀਆਂ। ਦਰਸ਼ਨ ਤੇ ਸਭ ਸੰਕਟ ਨਾਸ। ਦਰਸ਼ਨ ਕਰਕੇ ਸਾਰੇ ਸੰਕਟ ਦੁੱਖ ਸੰਗਤਾਂ ਦੇ ਨਾਸ਼ ਹੋਏ। ਲੱਗੇ ਅਕਾਲ ਬੁੰਗੇ ਦੀਵਾਨ। ਅਕਾਲ ਬੁੰਗੇ ਤੇ ਦੀਵਾਨ ਸਜਿਆ ਹੈ। ਸਿੱਖ ਸੰਗਤ ਆਵੇ ਬਹੁ ਥਾਨ। ਬਹੁਤ ਜਗ੍ਹਾ ਤੋਂ ਸਿੱਖ ਸੰਗਤਾਂ ਪਹੁੰਚੀਆਂ ਹਨ। ਇੱਕ ਜਮਾਲ ਜਹ ਨਾਮ ਜੋ ਆਇਓ। ਇੱਕ ਪ੍ਰਾਣੀ ਜੀ ਦਾ ਨਾਂ ਜਮਾਲ ਹੈ, ਉਹ ਪਹੁੰਚਿਆ। ਸ੍ਰੀ ਸਤਿਗੁਰ ਕੋ ਸੀਸ ਨਿਵਾਇਓ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭਾਈ ਜਮਾਲ ਨੇ ਮੱਥਾ ਟੇਕਿਆ। ਬੈਠ ਸਮੀਪ ਭਾਉ ਕੋ ਧਾਰਾ। ਪ੍ਰੇਮ ਧਾਰ ਕੇ ਸਤਿਗੁਰੂ ਜੀ ਦੇ ਕੋਲ ਬੈਠ ਗਿਆ। ਲੇਤੋ ਭਇਓ ਪ੍ਰਸਾਦ ਵਰਤਾਰਾ। ਤੇ ਵਰਤਾਰਾ ਪ੍ਰਸਾਦ ਵਰਤ ਰਿਹਾ ਉਸਨੇ ਪ੍ਰਾਪਤ ਕੀਤਾ। ਦੇਖ ਪ੍ਰਭਾ ਸਤਿਗੁਰ ਕੀ ਮੋਹਾ। ਸਤਿਗੁਰ ਦੀ ਐਸੀ ਪ੍ਰਭਤਾ ਵੇਖ ਕੇ ਉਹਦਾ ਮਨ ਮੋਹਿਆ ਗਿਆ। ਸੁੰਦਰ ਸੀਤਲ ਸਸ ਸਮ ਸੋਹਾ। ਮਹਾਰਾਜ ਦਾ ਚਿਹਰਾ ਸੋਹਣੇ ਸੁੰਦਰ ਠੰਡੇ ਚੰਦਰਮਾ ਵਾਂਗੂ ਸ਼ੋਭਦਾ ਹੈ। ਹਾਥ ਜੋੜ ਅਰਦਾਸ ਉਚਾਰੀ। ਹੱਥ ਜੋੜ ਕੇ ਉਹ ਜਮਾਲ ਨੇ ਬੇਨਤੀ ਕੀਤੀ। ਮੈਂ ਅਬ ਆਇਓ ਸਰਨ ਤੁਮਾਰੀ। ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਸਿੱਖ ਆਪਣੋ ਮੋਹਿ ਬਨਾਵੋ। ਮੈਨੂੰ ਆਪਣਾ ਮਹਾਰਾਜ ਜੀ ਸਿੱਖ ਬਣਾ ਲਵੋ। ਸੁਖ ਦਾਨੀ ਉਪਦੇਸ਼ ਬਤਾਵੋ। ਸੁੱਖਾਂ ਦੇ ਦਾਤੇ ਮੈਨੂੰ ਉਪਦੇਸ਼ ਦੇਵੋ ਜੀ। ਸੁਨ ਬਿਨਤੀ ਸ੍ਰੀ ਮੁਖੋ ਉਚਾਰਾ। ਤਾਂ ਇਹ ਜਮਾਲ ਦੀ ਬੇਨਤੀ ਸੁਣ ਕੇ ਸਤਿਗੁਰਾਂ ਸੁਹਾਏ ਮਨ ਮੁਖ ਤੋਂ ਬਚਨ ਕਹੇ। ਪਾਠ ਸੁਨ ਕਰ ਗੁਰ ਸ਼ਬਦ ਵਿਚਾਰਾ। ਭਾਈ ਬਾਣੀ ਪੜਿਆ ਸੁਣਿਆ ਕਰ, ਗੁਰ ਸ਼ਬਦ ਦੀ ਵਿਚਾਰ ਕਰਿਆ ਕਰ। ਧਰੋ ਸਿਦਕ ਤਿਮ ਕਰਮ ਕਮਾਵੋ। ਤੇ ਜੋ ਸ਼ਬਦ ਦਾ ਉਪਦੇਸ਼ ਹੈ ਉਹਦੇ ਤੇ ਸਿਦਕ ਧਾਰ ਕੇ ਸ਼ੁਭ ਕਰਮ ਕਰ। ਤਾਤ ਪਰੈ ਤਿਸ ਕੋ ਲਖ ਪਾਵੋ। ਤਾਤ ਪਰਜ ਹੀ ਉਸਨੂੰ ਜੋ ਹੈ, ਜੋ ਅਸਲ ਤੱਤ ਵਸਤੂ ਉਸਨੂੰ ਜਾਣ ਲੈ। ਲਖ ਲੈ ਭਾਵ ਲਖ ਨਾਮ ਜਾਣਨ ਦਾ ਹੈ। ਜੇ ਤਕ ਤਨ ਜਗ ਮਹਿ ਪ੍ਰਗਟਾਏ। ਆ ਜਿੰਨੇ ਸਰੀਰ ਨੇ ਮਹਾਰਾਜ ਕਹਿੰਦੇ ਜੋ ਜਗਤ ਵਿੱਚ ਪ੍ਰਗਟ ਕੀਤੇ ਹਨ। ਪੰਚ ਤਤ ਕੇ ਅਖਲ ਬਨਾਏ। ਇਹ ਸਾਰੇ ਮਹਾਰਾਜ ਕਹਿੰਦੇ ਜਮਾਲ ਪੰਜਾਂ ਤੱਤਾਂ ਦੇ ਪਰਮੇਸ਼ਰ ਨੇ ਬਣਾਏ ਨੇ। ਘਾਟ ਨ ਬਾੜ ਏਕ ਸਮ ਜਾਨੋ। ਇਹ ਪੰਜ ਤੱਤ ਸਾਰਿਆਂ ਚ ਇੱਕੋ ਜਿਹੇ ਨੇ, ਨਾ ਕਿਸੇ ਚ ਘੱਟ ਹੈ ਨਾ ਵੱਧ ਹੈ, ਸਭ ਬਰਾਬਰ ਜਾਣ ਲੈ। ਅੰਤਹਿ ਕਰਣ ਇੰਦਰ ਹੈ ਤਨ ਮਨ। ਅੰਤਹਿ ਕਰਣ ਜਿਹੜਾ ਹੈ ਤੇ ਇੱਕ ਇੰਦਰੇ, ਇਹ ਸਰੀਰ ਮੰਨ ਲੈ। ਜਹ ਕਹਿ ਇੱਕ ਚੇਤਨ ਸਭ ਮਾਹੀ। ਜੋ ਅੰਤਸ਼ ਕਰਨ ਇੰਦਰੇ ਨੇ, ਸਰੀਰ ਹੈ ਤਨ ਮਾਨੋ, ਸਾਰੇ ਜਿੱਥੇ ਕਿੱਥੇ ਵੀ
ਸਾਰਿਆਂ ਵਿੱਚ ਇੱਕ ਚੇਤਨ ਸ਼ਕਤੀ ਬ੍ਰਹਮ ਹੈ। ਚੇਤਨ ਬਿਖੈ ਭੇਦ ਕਛ ਨਾਹੀ। ਤੇ ਉਹ ਚੇਤਨ ਵੀ ਇੱਕ ਸਮ ਹੈ, ਉਹਦੇ ਵਿੱਚ ਵੀ ਕੋਈ ਭੇਦ ਨਹੀਂ। ਜੋ ਇਮ ਜਾਣੈ ਸਿੱਖ ਹੈ ਸੇਈ। ਐ ਜਮਾਲ ਭਾਈ ਜੋ ਇਸ ਤਰ੍ਹਾਂ ਜਾਣ ਲੈਂਦਾ ਉਹੀ ਜਾਣ ਲੈ ਕਿ ਸਿੱਖ ਹੈ। ਜਨਮ ਮਰਨ ਬੰਧਨ ਹੱਥ ਤੇਈ। ਉਹਦੇ ਜਨਮ ਮਰਨ ਦੇ ਬੰਧਨ ਨਾਸ਼ ਹੋ ਜਾਂਦੇ ਨੇ। ਸੁਨ ਜਮਾਲ ਨੇ ਪ੍ਰਸ਼ਨ ਬਖਾਨਾ। ਤਾਂ ਸੁਣ ਕੇ ਭਾਈ ਜਮਾਲ ਨੇ ਬੇਨਤੀ ਰੂਪ ਪ੍ਰਸ਼ਨ ਕੀਤਾ। ਇੱਕ ਚੇਤਨ ਜੇ ਹੈ ਸਭ ਥਾਨਾ। ਮਹਾਰਾਜ ਜੇ ਸਭ ਜਗ੍ਹਾ ਤੇ ਕੋਈ ਚੇਤਨ ਬ੍ਰਹਮ ਹੈ ਤੋ ਆਹਾਰ ਕਰਬੇ ਇੱਕ ਸੰਗ। ਤਾਂ ਫਿਰ ਮਹਾਰਾਜ ਜੀ ਇੱਕ ਕੋਈ ਆਹਾਰ ਕਰ ਲਵੇ, ਇੱਕ ਦੇ ਤੋ ਆਹਾਰ ਕਰਬੇ ਇੱਕ ਸੰਗ। ਇੱਕ ਹੀ ਜੋ ਆਹਾਰ ਭੋਜਨ ਕਰੇ, ਕਿਉਂ ਨਾ ਤ੍ਰਿਪਤ ਹੋਵੇ ਸਰਬੰਗ। ਫਿਰ ਮਹਾਰਾਜ ਸਾਰੇ ਇੱਕ ਦੇ ਆਹਾਰ ਕਰਨਾ ਸਭ ਤ੍ਰਿਪਤ ਕਿਉਂ ਨਹੀਂ ਹੁੰਦੇ। ਇੱਕ ਕੀ ਗਿਆਨ ਹੋਤ ਕਰ ਸਾਰੇ। ਜੇ ਸਾਰੇ ਇੱਕ ਚੇਤਨ ਬ੍ਰਹਮ ਹੈ ਫਿਰ ਇੱਕ ਨੂੰ ਗਿਆਨ ਹੋਣ ਨਾਲ ਸਾਰਿਆਂ ਨੂੰ ਗਿਆਨ ਹੋਵੇ। ਕਿਉਂ ਅਗਿਆਨ ਖੋਏ ਨਹਿ ਸਾਰੇ। ਫਿਰ ਬਾਕੀ ਦੇ ਕਿਉਂ ਸਾਰੇ ਅਗਿਆਨ ਨਹੀਂ ਖੋਂਦੇ, ਬਾਕੀਆਂ ਦਾ ਕਿਉਂ ਨਾਸ਼ ਨਹੀਂ ਹੁੰਦਾ। ਸ੍ਰੀ ਮੁਖ ਤੇ ਸ਼ੁਭ ਉਤਰ ਦੀਨ। ਤਾਂ ਮਹਾਰਾਜ ਨੇ ਫਿਰ ਸੁਭਾਏ ਮਨ ਮੁਖ ਤੋਂ ਉੱਤਰ ਦਿੱਤਾ ਹੈ। ਘਟ ਮਠ ਨਾਨਾ ਜਹ ਕਹਿ ਚੀਨ। ਮਹਾਰਾਜ ਕਹਿਣ ਲੱਗੇ ਘੜੇ ਵਿੱਚ ਤੇ ਮਠ ਆਕਾਸ਼ ਜਿਹੜਾ ਹੈ, ਘੜਿਆਂ ਦੇ ਵਿੱਚ ਜਿਹੜਾ ਆਕਾਸ਼ ਹੈ ਇਹਨੂੰ ਘਟਾ ਆਕਾਸ਼ ਕਹਿੰਦੇ ਆ। ਵੀ ਘੜੇ ਪਏ ਨੇ, 100 ਘੜਾ ਪਾਣੀ ਦਾ ਭਰ ਕੇ ਰੱਖਤਾ ਤੇ ਸਾਰਿਆਂ ਦੇ ਵਿੱਚ ਜਿੱਥੇ ਕਿੱਥੇ ਵੀ ਵੇਖੋ ਜਿਹੜਾ ਆਕਾਸ਼ ਹੈ ਕਿੰਨੇ ਤਰ੍ਹਾਂ ਦਾ ਹੋ ਜਾਂਦਾ। ਹੁਣ ਉਨੇ ਆਕਾਸ਼ ਤਾਂ ਨਹੀਂ ਹੈ, ਜੇ ਕੋਈ ਗਿਣਨ ਲੱਗੇ ਆਕਾਸ਼ ਕਿੰਨੇ, ਉਹ ਕਹਿੰਦਾ 100 ਘੜਾ ਤੇ 100 ਹੀ ਉਹਦੇ ਵਿੱਚ ਆਕਾਸ਼ ਹੋ ਗਿਆ। ਫਿਰ ਪਾਣੀ ਦੇ ਵਿੱਚ ਆਕਾਸ਼ ਦੀਂਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹ ਮਠ ਨਾਨਾ ਜਹ ਕਹਿ ਤਰ੍ਹਾਂ, ਕਿੰਨੇ ਤਰ੍ਹਾਂ ਦਾ ਜਿੱਥੇ ਕਿੱਥੇ ਵੇਖਿਆ ਜਾਂਦਾ ਹੈ। ਏਕ ਆਕਾਸ਼ ਸਭਨ ਮਹਿ ਦੀਖਤ। ਪਰ ਇਹ ਜਾਣ ਲੈ ਵੀ ਕਿੰਨੇ ਘੜਿਆਂ ਦੇ ਵਿੱਚ ਜਲ ਹੈ, ਆਕਾਸ਼ ਜਿਹੜਾ ਹੈ ਉਹ ਸਾਰਿਆਂ ਵਿੱਚ ਇੱਕੋ ਹੀ ਦਿਖਦਾ ਹੈ। ਨਿਰਣੈ ਕਰੋ ਭੇਵ ਨਹਿ ਈਖਤ। ਇਸ ਗੱਲ ਦਾ ਨਿਰਣੇ ਕਰ ਲਓ, ਕੋਈ ਇਹਦੇ ਵਿੱਚ ਥੋੜਾ ਜਿਹਾ ਵੀ ਤੁਹਾਨੂੰ ਭੇਦ ਨਹੀਂ ਮਿਲੂ। ਉਹੇ ਜਿਹੀ ਆਕਾਸ਼ ਉੱਚ ਦਿਸੂ, ਉਹੇ ਜਿਹੀ ਉੱਚ ਦਿਸੂ। ਨਿਰਣੇ ਕਰਕੇ ਵੇਖ ਲੈ ਕਿ ਥੋੜਾ ਬਹੁਤਾ ਵੀ ਕੋਈ ਭੇਦ ਨਹੀਂ। ਪਾਏ ਪਦਾਰਥ ਜਿਸ ਘਟ ਬਿਖੈ। ਪਰ ਜਿਹੜੇ ਘਟ ਦੇ ਵਿੱਚ ਕੋਈ ਪਦਾਰਥ ਪਾ ਦਿੱਤਾ, ਤਿਸ ਤੇ ਹੀਨ ਸ਼ਕਤ ਸਭ ਦਿਖੈ। ਹੁਣ ਉਹ ਘੜੇ ਵਿੱਚ ਪਦਾਰਥ ਹੋਰ ਪਾਤਾ, ਜਾਂ ਕੋਈ ਮੰਨ ਲਓ ਰੰਗ ਹੀ ਪਾਤਾ, ਜਾਂ ਕੋਈ ਹੋਰ ਪਦਾਰਥ ਪਾਤਾ, ਤਾਂ ਤਿਸ ਤੇ ਹੀਨ ਸ਼ਕਤ ਸਭ ਦਿਖੈ। ਤਾਂ ਸਾਰਿਆਂ ਦੇ ਦੇਖਦੇ ਉਹਦੇ ਵਿੱਚੋਂ ਜਿਹੜੀ ਸ਼ਕਤੀ ਹੈ ਉਹ ਹੀਨ ਹੋ ਜਾਂਦੀ ਹੈ, ਨਾਸ਼ ਹੋ ਜਾਂਦੀ ਹੈ। ਬਾਕੀਆਂ ਵਿੱਚ ਦੀਂਦਾ ਲੇਕਿਨ ਉਹਦੇ ਵਿੱਚ ਆਕਾਸ਼ ਨਹੀਂ ਦੀਂਦਾ ਹੈ। ਜਿਸ ਮਠ ਮਹਿ ਦੀਪਕ ਹੈ ਬਾਰਾ। ਜਿਸ ਘੜੇ ਦੇ ਵਿੱਚ ਜਾਂ ਜਿਹੜਾ ਹੈ ਦੀਵਾ ਬਾਲਿਆ, ਮਠ ਵਿੱਚ ਕਹਿੰਦੇ ਕੋਈ ਦੀਵਾ ਬਾਲ ਦਿੱਤਾ। ਤਿਸ ਇੱਕ ਮਹਿ ਹੋ ਇਸ ਉਜਿਆਰਾ। ਤੇ ਉਸ ਮਠ ਉਸ ਘਰ ਦੇ ਭਾਈ ਉਹਦੇ ਵਿੱਚ ਇੱਕ ਉਜਾਲਾ ਹੋ ਸਕਦਾ, ਪ੍ਰਕਾਸ਼ ਹੁੰਦਾ ਹੈ। ਤਿਮ ਜਾਨੋ ਜਿਮ ਭੋਜਨ ਖਾਨੋ। ਇਸੇ ਤਰ੍ਹਾਂ ਜਾਣ ਲੈ ਵੀ ਜਿਵੇਂ ਭੋਜਨ ਖਾਧਾ ਜਾਂਦਾ ਹੈ। ਧਰਮ ਪ੍ਰਾਨ ਕੋ ਪਾਣੀ ਪਾਨੋ। ਤੇ ਜਿਹੜਾ ਪ੍ਰਾਣਾਂ ਦਾ ਧਰਮ ਹੈ ਇਹ ਅੰਨ ਪਾਣੀ ਹੈ। ਮਨ ਕੋ ਧਰਮ ਸਮਝਬੋ ਗਿਆਨ। ਤੇ ਮਨ ਦਾ ਜਿਹੜਾ ਧਰਮ ਹੈ ਉਹ ਸਮਝ ਲੈ ਕਿ ਗਿਆਨ ਨੂੰ ਸਮਝਣਾ ਇਹ ਮਨ ਦਾ ਧਰਮ ਹੈ। ਤੇ ਪ੍ਰਾਣਾਂ ਦਾ ਧਰਮ ਕੀ ਆ? ਅੰਨ ਪਾਣੀ ਦੇ ਸਿਰ ਤੇ ਪ੍ਰਾਣ ਚੱਲਦੇ ਹਨ। ਆਤਮ ਸਾਖੀ ਸਭ ਕੋ ਜਾਨ।
ਤੇ ਉਦੋਂ ਅੱਗੇ ਜਿਹੜਾ ਆਤਮ ਸਾਖੀ ਹੈ, ਪ੍ਰਤੱਖ ਪ੍ਰਗਟ ਹੈ ਆਤਮ ਸਰੂਪ, ਉਹ ਸਾਰਿਆਂ ਦਾ ਇੱਕ ਜਾਣ ਲੈ। ਇਸ ਪ੍ਰਕਾਰ ਜਿਨ ਸਮਝਨ ਕੀਨ, ਇਸ ਤਰ੍ਹਾਂ ਜਿਨ੍ਹਾਂ ਨੇ ਸਮਝ ਲਿਆ ਵੀ ਜਿਵੇਂ ਘੜੇ ਵੱਖ-ਵੱਖ ਨੇ, ਉਹਨਾਂ ਦੇ ਵਿੱਚ ਆਕਾਸ਼ ਇੱਕ ਹੈ। ਲੇਕਿਨ ਜੇ ਆਪਾਂ ਕਹੀਏ ਵੀ ਸਾਰਿਆਂ ਵਿੱਚ ਵੱਖਰਾ ਵੱਖਰਾ ਹੈ ਨਾ, ਜਲ ਤਾਂ ਵੱਖਰਾ ਹੀ ਹੈ, ਤੇ ਜਿਹਦੇ ਵਿੱਚ ਵੀ ਆਕਾਸ਼ ਸਾਰਿਆਂ 'ਚ ਇੱਕ ਦਿੰਦਾ, ਇਸੇ ਤਰ੍ਹਾਂ ਸਾਰੇ ਸਰੀਰਾਂ ਵਿੱਚ ਆਕਾਸ਼ ਇੱਕ ਹੈ। ਉਹ ਅੰਦਰ ਵਸਦਾ ਹੋਇਆ ਵੀ ਨਿਰਲੇਪ ਹੈ। ਤੇ ਜਿਹੜਾ ਅੰਨ ਪਾਣੀ ਹੈ, ਮਹਾਰਾਜ ਕਹਿੰਦੇ ਉਹ ਤਾਂ ਭਾਈ ਪ੍ਰਾਣਾਂ ਦਾ ਹੈ, ਉਹ ਤਾਂ ਸਰੀਰ ਦਾ ਧਰਮ ਹੈ। ਅੰਨ ਪਾਣੀ ਦੇ ਸਿਰ ਤੇ ਸਰੀਰ ਚੱਲਦਾ ਹੈ। ਤੇ ਮਨ ਦਾ ਧਰਮ ਕੀ ਹੈ? ਗਿਆਨ ਨੂੰ ਸਮਝਣਾ। ਤੇ ਮਏ ਹੈ ਕਿ ਜਾਣਕਾਰੀ ਗਿਆਨ। ਜਿਹੜਾ ਆਤਮ ਸਾਖੀ ਹੈ ਉਹ ਤਾਂ ਸਭ ਦਾ ਜਾਣ ਲੈ ਕੇ ਉਹ ਇਸੇ ਤਰ੍ਹਾਂ ਆਕਾਸ਼ਵਤ ਸਾਰੇ ਘਟਿਆਂ ਵਿੱਚ ਜਿਵੇਂ ਇੱਕ ਹੈ। ਆਤਮਾ ਸਰੂਪ ਸਾਖੀ ਬ੍ਰਹਮ ਜੋ ਹੈ ਉਹ ਸਭ ਦੇ ਵਿੱਚ ਇੱਕ ਜਾਣ ਲੈ। ਇਸ ਪ੍ਰਕਾਰ ਜਿਨ ਸਮਝਨ ਕੀਨ, ਇਸ ਤਰ੍ਹਾਂ ਜਿਨ੍ਹਾਂ ਨੇ ਸਮਝਣਾ ਕੀਤਾ ਹੈ, ਸੇ ਗੁਰ ਕੇ ਸਿੱਖ ਪਰਮ ਪ੍ਰਬੀਨ। ਉਹ ਭਾਈ ਗੁਰੂ ਦੇ ਸਿੱਖ ਹਨ, ਮਹਾਨ ਪਰਮ ਪ੍ਰਵੀਨ ਸਿਆਣੇ ਚਤਰ ਹਨ। ਸੁਣ ਜਮਾਲ ਗੁਰ ਕੋ ਸਿੱਖ ਭਇਓ, ਤਾਂ ਸੁਣ ਕੇ ਭਾਈ ਜਮਾਲ ਗੁਰੂ ਕਾ ਸਿੱਖ ਬਣ ਗਿਆ। ਜੜ ਚੇਤਨ ਕੋ ਨਿਰਨੈ ਕਇਓ, ਉਹਨੇ ਜੜ ਤੇ ਚੇਤਨ ਵੀ, ਸਰੀਰ ਜੜ ਰੂਪ ਹੈ, ਜਿਹੜਾ ਇਹਦੇ ਵਿੱਚ ਆਤਮ ਸਰੂਪ ਸਾਖੀ ਚੇਤਨ ਹੈ ਉਹ ਵੱਖਰਾ ਹੈ, ਜੜ ਵੱਖਰਾ ਹੈ। ਇਹਦਾ ਨਿਰਣੇ ਕਰ ਲਿਆ ਕਿ ਉਹ ਸਰੀਰ ਰੂਪ ਥੋੜੋ ਹੈ, ਘੜਾ ਥੋੜੋ ਹੈ, ਆਕਾਸ਼ ਵੱਖਰਾ ਹੈ। ਉਹਦੇ ਵਿੱਚ ਉਹਦਾ ਜਿਹੜਾ ਚਿਦਾਕਾਸ਼ ਪ੍ਰਕਾਸ਼ ਦੀਂਦਾ ਆਤਮ ਸਰੂਪ, ਇਸੇ ਤਰ੍ਹਾਂ ਸਰੀਰ ਵਿੱਚ ਇੱਕ ਹੈ ਲੇਕਿਨ ਹੈ ਨਿਰਲੇਪ। ਹੁਣ ਕਿਸੇ ਦੀ ਭੁੱਖ ਨਾਲ, ਜੇ ਇੱਕ ਦੀ ਭੁੱਖ ਨਾਲ ਜੇ ਉਹ ਮਿਲਿਆ ਹੋਵੇ ਗੁਰਮੁਖੋ, ਸਾਡੇ ਸਰੀਰ ਨਾਲ ਜੜ ਨਾਲ ਜੁੜਿਆ ਹੋਵੇ ਚੇਤਨ, ਫਿਰ ਤਾਂ ਇੱਕ ਨੇ ਰੋਟੀ ਖਾਧੀ ਸਾਰੀ ਦੁਨੀਆ ਰੱਜ ਜੇ। ਇੱਕ ਨੂੰ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਹੈ। ਇਸ ਕਰਕੇ ਜਿਹੜਾ ਅੰਨ ਪਾਣੀ ਉਹ ਸਰੀਰ ਦਾ ਧਰਮ ਹੈ ਤੇ ਗਿਆਨ ਨੂੰ ਸਮਝਣਾ ਮਨ ਦਾ ਧਰਮ ਹੈ। ਆਤਮ ਸਾਖੀ ਜਿਹੜਾ ਉਹ ਸਾਰਿਆਂ ਵਿੱਚ ਇੱਕ ਸਰੂਪ ਜਾਣ ਲਓ। ਇਉਂ ਸਤਿਗੁਰੂ ਜੀ ਨੇ ਉਹਨੂੰ ਭਾਈ ਉਪਦੇਸ਼ ਦਿੱਤਾ ਹੈ। ਤਾਂ ਜੜ ਚੇਤਨ ਕੋ ਨਿਰਨੋ ਕਯੋ, ਜੜ ਚੇਤਨ ਜਿਹੜਾ ਹੈ ਇਹਦਾ ਨਿਰਣਾ ਹੁਣ ਉਸਨੇ ਵਧਾ ਲਿਆ। ਕੁੱਕੋ ਸਿੱਖ ਵਧਾਵਣ ਜੋਏ, ਇਸ ਤਰ੍ਹਾਂ ਭਾਈ ਜਿਹੜਾ ਸਿੱਖ ਹੈ, ਇੱਕ ਕੁੱਕੋ ਨਾਮ ਦਾ ਸਿੱਖ ਹੈ, ਇੱਕ ਵਧਾਵਣ ਹੈ। ਸੰਗ ਅਨੰਤਾ ਦੂਸਰ ਹੋਏ, ਜਾਂ ਕੁੱਕੋ ਨਾਮ ਦਾ ਸਿੱਖ ਹੈ, ਵਧਾਵਣ ਇਹਦਾ ਖੱਤਰੀ ਗੋਤ ਹੈ। ਨਾਲ ਦੂਜਾ ਭਾਈ ਅਨੰਤਾ ਨਾਮ ਦਾ ਸਿੱਖ ਹੈ। ਪਰੇ ਸ਼ਰਨ ਸ੍ਰੀ ਹਰਗੋਬਿੰਦ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਪਏ ਹਨ। ਬੰਦਤ ਦੋਨੋਂ ਪਦ ਅਰਬਿੰਦ, ਦੋਨਾਂ ਨੇ ਸਤਿਗੁਰੂ ਦੇ ਚਰਨ ਕਮਲਾਂ ਪਰ ਬੰਦਨਾ ਕੀਤੀ। ਹਾਥ ਜੋੜ ਜੋਗੇ ਅਰਜ ਗੁਜਾਰੀ, ਹੱਥ ਜੋੜ ਕੇ ਨਾ ਬੇਨਤੀ ਕੀਤੀ ਹੈ। ਭਏ ਗੁਰੂ ਨਾਨਕ ਨਿਰੰਕਾਰੀ, ਇਹ ਗੁਰੂ ਨਾਨਕ ਦੇ ਪਾਤਸ਼ਾਹ ਜੀ ਨਿਰੰਕਾਰੀ ਸਤਿਗੁਰੂ ਗੁਰੂ ਹੋਏ। ਕੀਨਸ ਅੰਗੀਕਾਰ ਕਰਾਹੇ, ਇਹ ਉਹਨਾਂ ਨੇ ਜੋ ਕੜਾ ਪ੍ਰਸਾਦ ਉਹ ਪ੍ਰਵਾਨ ਕੀਤਾ ਹੈ। ਅਪਰ ਪ੍ਰਸਾਦ ਸੰਗ ਹਿਤ ਨਾਹੀ, ਹੋਰ ਜਿਹੜੇ ਪ੍ਰਸਾਦ ਹਨ ਉਹਨਾਂ ਨਾਲ ਪ੍ਰੇਮ ਕਿਉਂ ਨਹੀਂ ਪਾਇਆ, ਹਿਤ ਕਿਉਂ ਨਹੀਂ ਪਾਇਆ, ਕਿ ਗੁਰੂ ਘਰ ਦੇ ਵਿੱਚ ਕੜਾ ਪ੍ਰਸਾਦ ਹੀ ਕਿਉਂ ਪ੍ਰਵਾਨ ਕੀਤਾ ਹੈ। ਇਸ ਮਹਿ ਕਿਆ ਕਾਰਨ ਗੁਰ ਰਾਖਾ, ਇਹਦੇ ਵਿੱਚ ਗੁਰੂ ਸਾਹਿਬ ਨੇ ਕੀ ਕਾਰਨ ਰੱਖਿਆ। ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪ੍ਰਸ਼ਨ ਕੀਤਾ, ਭਾਈ ਕੁੱਕੋ ਵਧਾਵਨ ਤੇ ਭਾਈ ਅਨੰਤੇ ਨੇ। ਨਹਿ ਪਕਵਾਨ ਆਨ ਕੋ ਕੰਖਾ, ਵੀ ਹੋਰ ਜਿਹੜੇ ਪਕਵਾਨ ਨੇ ਉਹਨਾਂ ਨੂੰ ਇੰਨੀ ਮਹਾਨਤਾ, ਇੰਨੀ ਇੱਛਾ ਜਿਹੜੀ ਹੈ ਉਹਦੀ ਕਿਉਂ ਨਹੀਂ ਕੀਤੀ ਹੈ। ਸੁਣ ਸ੍ਰੀ ਮੁਖ ਤੇ ਬਾਕੋ ਚਾਰਾ, ਤਾਂ ਸੁਣ ਕੇ ਸੁਹਾਏ ਮਾਨ ਮੁਖ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਹੇ। ਉੱਤਮ ਲਖੋ ਗੁਰੂ ਅਵਤਾਰਾ,
ਭਾਈ ਜਿਵੇਂ ਬਾਕੀ ਅਵਤਾਰ ਹੋਏ ਆ ਤੇ ਉਹਨਾਂ ਵਿੱਚੋਂ ਜੋ ਗੁਰੂ ਅਵਤਾਰ ਹੈ ਉਹ ਸਭ ਤੋਂ ਉੱਤਮ ਜਾਣੋ। ਸਭ ਤੇ ਉੱਤਮ ਤਥਾ ਕਰਾਹੂ। ਇਸੇ ਤਰ੍ਹਾਂ ਸਾਰੇ ਭਾਈ ਜਿਹੜੇ ਪਕਵਾਨ ਨੇ ਉਹਨਾਂ ਵਿੱਚੋਂ ਸਭ ਤੋਂ ਉੱਤਮ ਕੜਾਹ ਪ੍ਰਸ਼ਾਦ ਹੈ। ਅੰਗੀਕਾਰਿਓ ਸੰਗਤ ਮਾਹੂ। ਇਸ ਕਰਕੇ ਇਹਨੂੰ ਸੰਗਤ ਵਿੱਚ ਅੰਗੀਕਾਰ ਕੀਤਾ, ਪ੍ਰਵਾਨ ਕੀਤਾ ਹੈ। ਤਿਮ ਗੁਰ ਬਸਦ ਅਹੈ ਉਪਦੇਸ਼। ਇਸੇ ਤਰ੍ਹਾਂ ਭਾਈ ਇਹਨਾਂ ਦੇ ਅੰਦਰ ਵੀ ਇਉਂ ਗੁਰੂ ਦਾ ਉਪਦੇਸ਼ ਵਸਿਆ, ਜਾਂ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਗੁਰੂ ਦਾ ਉਪਦੇਸ਼ ਵਸ ਜਾਂਦਾ ਹੈ। ਸਭ ਤੇ ਸ੍ਰੀ ਸਤਿਨਾਮ ਵਿਸ਼ੇਸ਼। ਜੋ ਸਭ ਤੋਂ ਉੱਤਮ ਉਪਦੇਸ਼ ਕੀ ਹੈ? ਸੱਚੇ ਨਾਮ ਦਾ ਸਿਮਰਨ ਦਾ ਜਿਹੜਾ ਉਪਦੇਸ਼ ਹੈ ਉਹ ਸਭ ਤੋਂ ਮਹਾਰਾਜ ਕਹਿੰਦੇ ਵਿਸ਼ੇਸ਼ ਹੈ। ਗੁਰ ਸਿੰਘਾਸਨ ਸਥਿਰ ਜਬ ਲੋ। ਗੁਰੂ ਮਹਾਰਾਜ ਜੀ ਜਿੰਨਾ ਸਮਾਂ ਸਿੰਘਾਸਣ ਤੇ ਬਿਰਾਜਮਾਨ ਹੋਏ। ਬੀਨ ਬੀਨ ਨੀਕੀ ਵਥ ਤਬ ਲੋ। ਮਹਾਰਾਜ ਕਹਿੰਦੇ ਉਹਨਾਂ ਨੇ ਚੁਣ ਚੁਣ ਕੇ ਜਿਹੜੀਆਂ ਸ਼ੁਭ ਵਸਤੂਆਂ ਸੀ ਨਾ ਚੰਗੀਆਂ, ਉਹ ਸਾਰੀਆਂ ਨਿਜ ਸਿੱਖਨ ਕੋ ਸਭ ਹੀ ਦੈ ਹੈ। ਉਹ ਭਾਈ ਆਪਣੇ ਸਿੱਖਾਂ ਨੂੰ ਸਾਰੀਆਂ ਹੀ ਬਖਸ਼ੀਆਂ ਹਨ। ਬੜ ਭਾਗੀ ਗੁਰਮੁਖ ਬਨ ਲੈ ਹੈ। ਤੇ ਬੜ ਭਾਗੀ ਬਣ ਕੇ ਗੁਰਮੁਖ ਜਨ ਫਿਰ ਉਹ ਵਸਤੂਆਂ ਦੀ ਪ੍ਰਾਪਤੀ ਕਰਦੇ ਹਨ। ਜਗ ਸਾਰੇ ਮਹਿ ਸਾਰ ਨਿਕਾਰ ਹੈ। ਸਾਰੇ ਜਗਤ ਦਾ ਤਤ ਸਾਰ ਕੱਢ ਕੇ ਦੇ ਗੁਰ ਸਿੱਖ ਸੋ ਅੰਗੀਕਾਰ ਹੈ। ਗੁਰੂ ਆਪਣੇ ਸਿੱਖ ਨੂੰ ਬਖਸ਼ਿਸ਼ ਕਰਦਾ ਤੇ ਸਿੱਖ ਉਹ ਅੰਗੀਕਾਰ ਕਰਦਾ ਹੈ। ਉੱਤਮ ਵਸਤ ਗੁਰੂ ਘਰ ਮਾਹੀ। ਜੋ ਗੁਰੂ ਘਰ ਦੇ ਵਿੱਚ ਉੱਤਮ ਵਸਤੂ ਹੈ। ਲਹੈ ਸਿੱਖ ਤਿਨ ਦੁੱਖ ਕਬ ਨਾਹੀ। ਜਿਹੜਾ ਕੋਈ ਸਿੱਖ ਪ੍ਰਾਪਤ ਕਰਦਾ ਹੈ ਨਾ ਉੱਤਮ ਵਸਤੂ ਨੂੰ, ਉਹਨੂੰ ਕਦੇ ਦੁੱਖ ਨਹੀਂ ਹੁੰਦਾ ਹੈ। ਸੁਨ ਪ੍ਰਸੰਗ ਹੋਏ ਸਭ ਕੋਈ। ਸੁਨ ਪ੍ਰਸੰਨ ਹੋਏ ਸਭ ਕੋਈ। ਤਾਂ ਇਹ ਸੁਣ ਕੇ ਸਾਰੇ ਖੁਸ਼ ਹੋਏ ਵੀ ਹਾਂ ਕੜਾਹ ਪ੍ਰਸ਼ਾਦ ਉੱਤਮ ਹੈ ਤੇ ਵਡਭਾਗੀ ਗੁਰਮੁਖਾਂ ਨੂੰ ਇਹ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਕੋਈ ਬਹੁਤ ਚੰਗੇ ਕਰਮ ਕੀਤੇ ਹਨ। ਪ੍ਰੀਤ ਸ਼ਬਦ ਕਰ ਕਲ ਮਲ ਖੋਈ। ਤਾਂ ਇਹਨਾਂ ਨੇ ਸ਼ਬਦ ਨਾਲ ਪ੍ਰੀਤੀ ਕਰਕੇ ਆਪਣੇ ਅੰਦਰ ਦੀ ਕਲਮਲ ਪਾਪਾਂ ਦੀ ਮੈਲ ਨੂੰ ਦੂਰ ਕੀਤਾ ਹੈ। ਇਸ ਪ੍ਰਕਾਰ ਭਾ ਬਹੁਤ ਉਧਾਰ। ਇਸ ਤਰ੍ਹਾਂ ਭਾਈ ਗੁਰੂ ਸਾਹਿਬ ਜੀ ਨੇ ਬੇਅੰਤ ਦਾ ਉਧਾਰ ਕੀਤਾ। ਧੰਨ ਧੰਨ ਸਤਿਗੁਰੂ ਉਚਾਰ। ਤੇ ਸਾਰੇ ਸਤਿਗੁਰੂ ਨੂੰ ਧੰਨ ਧੰਨ ਕਹਿੰਦੇ ਹਨ। ਦੋਹਰਾ ਏਕ ਦਿਵਸ ਸ੍ਰੀ ਸੁਦਾਸਰ ਪੁਰ ਮੰਡਿਆਲੀ ਵਾਰ। ਇੱਕ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਮੰਡਿਆਲੀ ਨਗਰ ਦਾ ਰਹਿਣ ਵਾਲਾ ਦਇਆ ਰਾਮ ਮਰਵਾਹਿਆ ਆਵਤ ਭਾ ਕਿਸ ਕਾਰ। ਉਹਦਾ ਨਾਮ ਹੈ ਭਾਈ ਦਇਆ ਰਾਮ ਮਰਵਾਹਾ ਖੱਤਰੀ ਹੈ। ਉਹ ਕਿਸੇ ਕੰਮ ਆ ਰਿਹਾ ਹੈ। ਚੌਪਈ ਪਿਖ ਸਤਿਗੁਰ ਕੋ ਸੁੰਦਰ ਰੂਪ। ਸਤਿਗੁਰੂ ਜੀ ਦਾ ਸੁੰਦਰ ਸਰੂਪ ਵੇਖ ਕੇ ਗ੍ਰਹਿ ਮੋਹ ਹੋਤੀ ਤਨਜ ਅਨੂਪ। ਉਹਦੇ ਘਰ ਦੇ ਵਿੱਚ ਭਾਈ ਤਨਜ ਅਨੂਪ ਬਹੁਤ ਹੀ ਸੁੰਦਰ, ਤਨਜ ਨਾਮ ਲੜਕੀ ਦਾ ਹੈ, ਲੜਕੀ ਸੀ। ਮਾਤ ਗੰਗ ਢਿਗ ਅਰਜ ਗੁਜਾਰੀ। ਭਾਈ ਦਇਆ ਰਾਮ ਖੱਤਰੀ ਜੀ ਨੇ ਮਾਤਾ ਗੰਗਾ ਜੀ ਕੋਲ ਬੇਨਤੀ ਕੀਤੀ। ਲੈ ਹੋ ਸਗਾਈ ਤਨਜ ਹਮਾਰੀ। ਮਾਤਾ ਜੀ ਮੇਰੀ ਪੁੱਤਰੀ ਦੀ ਸਗਾਈ ਤੁਸੀਂ ਲੈ ਲਓ। ਸੁਣ ਸ੍ਰੀ ਮਾਤਾ ਜੀ ਸਤਕਾਰਾ। ਸੁਣ ਕਰਕੇ ਮਾਤਾ ਜੀ ਨੇ ਉਸ ਦਾ ਸਤਕਾਰ ਕੀਤਾ। ਲੀਨੋ ਸ਼ਗਨ ਵਿਆਹੇ ਸੁਧਾਰਾ। ਤਾਂ ਭਾਈ ਸ਼ਗਨ ਲੈ ਲਿਆ ਤੇ ਚੰਗੀ ਤਰ੍ਹਾਂ ਸੁਧਾਰਾ ਵਿਆਹ ਜਿਹੜਾ ਸੁਧਾਰ ਲਿਆ।
ਸੰਮਤ ਇੱਕ ਸ਼ਤ ਨਾਨਕ ਸ਼ਾਹੀ। ਸੰਮਤ 100 ਨਾਨਕ ਸ਼ਾਹੀ ਸੰਮਤ। ਪੁਨ 45 ਦੇਹੁ ਮਿਲਾਹੀ। ਫਿਰ ਉੱਤੇ 45 ਮਿਲਾ ਦਿਓ, ਭਾਵ 145 ਜਿਹੜਾ ਹੈ ਸੰਮਤ ਆ ਗਿਆ। ਕਾਤਕ ਦੀ ਪੁੰਨਿਆ ਬਖਿਆਤੇ। ਉਸ ਦਿਨ ਵੀ ਕਾਤਕ ਦੀ ਪੁੰਨਿਆ ਦਾ ਦਿਨ ਸੀ। ਦੇਖੋ ਮਹਾਰਾਜ ਮਾਤਾ ਦਮੋਦਰੀ ਜੀ ਦਾ ਵਿਵਾਹ ਮਹਾਰਾਜ ਦੇ ਨਾਲ ਕਾਤਕ ਦੀ ਪੂਰਨਮਾਸ਼ੀ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਸੀ ਨਾ, ਤੇ ਉਸ ਦਿਨ ਹੁਣ ਜਿਹੜੇ ਬਾਰ-ਬਾਰ ਐਵੇਂ ਰੌਲਾ ਪਾਈ ਜਾਂਦੇ ਆ ਜੀ, ਕਿਤਾਬਾਂ 'ਚ ਲਿਖਿਆ 14 ਅਪ੍ਰੈਲ ਖਨੀ ਕਿੰਨਾ ਕੋਈ ਵੀ ਉਹ ਲਿਖਤਾ। ਹੁਣ ਉਹਨਾਂ ਨੇ ਤਾਂ ਸਾਕਾ ਕੈਲੰਡਰ ਦੀ ਰੀਸ ਘੜੀਸ ਕੀਤੀ ਤੇ ਉਹਦੇ ਹਿਸਾਬ ਨਾਲ ਲਿਖਤਾ। ਗੁਰੂ ਕਾ ਇਤਿਹਾਸ ਪੜ੍ਹੀਏ ਤੇ ਕਿੰਨੇ ਕਾਰਜ ਨੇ ਜਿਹੜੇ ਮਹਾਰਾਜ ਇਸ ਦਿਨ ਨੂੰ ਪਵਿੱਤਰ ਜਾਣ ਕੇ ਇਸ ਦਿਨ ਕਰਦੇ ਰਹੇ। ਤੇ ਫਿਰ ਕਾਤਕ ਦੀ ਪੁੰਨਿਆ ਦਾ ਦਿਨ ਸੀ ਪ੍ਰਤੱਖ। ਵਿਆਹ ਆਨੰਦ ਭਇਓ ਸੁਖ ਦਾਤੇ। ਸੁੱਖਾਂ ਦੇ ਦਾਤੇ ਸਤਿਗੁਰੂ ਜੀ ਦਾ ਆਨੰਦ ਵਿਆਹ ਹੋਇਆ। ਦਇਆ ਰਾਮ ਤਨ ਜਾ ਮਹਾਦੇਈ। ਇਹ ਭਾਈ ਦਇਆ ਰਾਮ ਦੀ ਪੁੱਤਰੀ ਹੈ, ਜਿਸ ਦਾ ਨਾਮ ਮਹਾਦੇਈ ਹੈ। ਵੱਡ ਭਾਗਣ ਜਗ ਮਾਤਾ ਥੇਈ। ਜੋ ਵੱਡੇ ਭਾਗਾਂ ਵਾਲੀ ਦੇਖੋ ਜਗਤ ਮਾਤਾ ਬਣ ਗਈ। ਅਸ ਵਿਦ ਭਇਓ ਦੁਤੀਐ ਗੁਰ ਵਿਆਹੀ। ਇਸ ਤਰ੍ਹਾਂ ਸਤਿਗੁਰੂ ਜੀ ਦਾ ਦੂਸਰਾ ਵਿਵਾਹ ਹੋਇਆ ਹੈ। ਗੰਗ ਮਾਤ ਅਤ ਹਰਖ ਬਢਾਹੀ। ਮਾਤਾ ਗੰਗਾ ਜੀ ਬਹੁਤ ਖੁਸ਼ੀਆਂ ਵਧਾਉਂਦੀ ਹੈ। ਬਸੈ ਸੁਧਾ ਸਰ ਗੁਰ ਕਰਤਾਰ। ਇਉਂ ਕਰਤਾਰ ਸਰੂਪ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਬਸ ਰਹੇ ਹਨ। ਜਿਨ ਕੀ ਲੀਲਾ ਕੋ ਨਹਿ ਪਾਰ। ਜਿਨ੍ਹਾਂ ਦੇ ਭਾਈ ਕੌਤਕਾਂ ਦਾ ਕੋਈ ਪਾਰ ਨਹੀਂ ਪਾ ਸਕਦਾ। ਮਹਾਰਾਜ ਦੇ ਅਚਰਜ ਕੌਤਕ ਨੇ ਜਿਨ੍ਹਾਂ ਦਾ ਕੋਈ ਅੰਤ ਨਹੀਂ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਖਸ਼ਟਮ ਮਹੱਲੇ 6ਵੇਂ ਮਹੱਲੇ ਦੀ ਕਥਾ ਹੈ। ਸ੍ਰੀ ਗੁਰ ਸੁਧਾ ਸਰ ਆਗਮਨ ਸਿੱਖਨ ਉਪਦੇਸ਼ ਔ ਦੁਤੀਓ ਵਿਆਹ ਪ੍ਰਸੰਗ ਵਰਣਨ। ਗੁਰੂ ਮਹਾਰਾਜ ਦਾ ਭਾਈ ਕੀ ਡਰੋਲੀ ਤੋਂ ਅੰਮ੍ਰਿਤਸਰ ਸਾਹਿਬ ਆਉਣਾ ਔਰ ਸਿੱਖਾਂ ਨੂੰ ਉਪਦੇਸ਼ ਦੇਣੇ। ਦੂਸਰਾ ਵਿਵਾਹ ਸਤਿਗੁਰੂ ਦਾ ਮਾਤਾ ਮਰਵਾਹੀ ਵੀ ਕਿਹਾ ਮਹਾਦੇਈ ਉਹਨਾਂ ਨਾਲ ਹੋਇਆ। ਨਾਮ ਪੰਚਦਸਮੋ ਮੰਦਰ ਹੈ। 5 ਤੇ 10 15ਵੇਂ ਘਰ ਦਾ ਇਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਹੁਣ ਲਗਭਗ ਟਾਈਮ ਸਮਾਪਤੀ ਦਾ ਹੀ ਹੈ। ਤੋ ਆਓ ਬਾਕੀ ਅਗਲਾ ਪ੍ਰਸੰਗ ਆਪਾਂ ਕੱਲ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।